ਆਪਣੀ ਜਿਹੜੀ ਨਰਮੇ ਦੀ ਬਿਜਾਈ ਹੈ ਉਹਨੂੰ ਘੱਟੋ ਘੱਟ 4 ਬਾਏ 4 ਫੁੱਟ ਤੇ ਲੈ ਕੇ ਜਾਣ ਦੀ ਲੋੜ ਹੈ। ਸਾਡੇ ਕਿਸਾਨ ਖੇਤੀ ਕਰਦੇ ਤਾਂ ਹੈਗੇ ਆ ਪਰ ਖੇਤੀ ਆਉਂਦੀ ਨਹੀਂ ਹੈਗੀ ਕਿਸਾਨਾਂ ਨੂੰ। ਕੀੜਿਆਂ ਦੇ ਅਤੇ ਬਿਮਾਰੀਆਂ ਦੇ ਹਮਲੇ ਤੋਂ ਮੁਕਤ ਰਹਿਣਾ ਚਾਹੁੰਦੇ ਹੋ। 25 ਕਿੱਲਿਆਂ ਚੋਂ 1 ਲੱਖ ਦਾ ਤਾਂ ਹੁਣ ਕਿਸਾਨ ਕਿੱਧਰ ਜਾਊਗਾ? 24 ਲੱਖ ਦਾ ਉਹਨੂੰ ਘਾਟਾ ਹੋ ਗਿਆ। ਜਿਹਨੂੰ ਯਾਰ 24 ਲੱਖ ਦਾ ਘਾਟਾ ਪਿਆ ਤੇ ਜੇ ਉਹਨੂੰ 12,000 ਕਿੱਲੇ ਮਗਰ ਦੇ ਵੀ ਦਿਓਗੇ ਤੇ ਉਹ ਜਾਊ ਕਿੱਧਰ? ਮਾਈਕਰੋਬੀਅਲ ਕਲਚਰ ਬਣਾਉਣ ਦੀ ਟ੍ਰੇਨਿੰਗ ਕਿਉਂ ਨਹੀਂ ਲਾਉਂਦੇ? ਕਿਉਂਕਿ ਜੇ ਇਹ ਟ੍ਰੇਨਿੰਗ ਲਾਤੀ ਤਾਂ ਜਿੱਥੋਂ ਮੋਟਾ ਕਮਿਸ਼ਨ ਮਿਲਦਾ ਉਹ ਮਿਲਣਾ ਘਟ ਜਾਊਗਾ ਕਿਉਂਕਿ ਕਿਸਾਨ ਉੱਥੇ ਖਰੀਦਣ ਜਾਣਗੇ ਨਹੀਂ। ਜਦੋਂ ਗੁਲਾਬੀ ਸੁੰਡੀ ਨਾਲ ਨਰਮਾ ਤਬਾਹ ਹੋ ਰਿਹਾ ਸੀ ਤੇ ਇਹਨਾਂ ਦੀਆਂ ਸਾਰੀਆਂ ਦੱਸੀਆਂ ਹੋਈਆਂ ਸਪਰੇਆਂ 4-6 ਵਾਰੀ ਕਰ ਲਈਆਂ ਤੇ ਕਿਸਾਨ ਫਿਰ ਵੀ ਬਰਬਾਦ ਹੋਏ ਤੇ ਇਹਨਾਂ ਦੀ ਕੋਈ ਜ਼ਿੰਮੇਵਾਰੀ ਫਿਕਸ ਨਹੀਂ ਹੋਣੀ ਚਾਹੀਦੀ ਵੀ ਤੁਸੀਂ ਜੋ ਦੱਸਿਆ ਸੀ ਉਹ ਤਾਂ ਅਸੀਂ ਕਰ ਲਿਆ ਤੇ ਹੁਣ ਦੱਸੋ ਵੀ ਤੁਹਾਡਾ ਵਿਗਿਆਨ ਕੀ ਕਹਿੰਦਾ। सत श्री अकाल। RMB ਟੈਲੀਵਿਜ਼ਨ देख रहे हो तुसी। मैं हाँ जस गरेवाल लैके हाजिर हाँ प्रोग्राम खास मुलाकात। इस मुलाकात दे विच अज गल पंजाब दी किसानी दी करांगे, पंजाब दे किसान वर्ग दी करांगे, खास कर गल जिहड़ी है नरमा बैल्ट दी करांगे। जेकर पिछले दौर की गल करिए तो पिछले दौर दे विच नरमा बैल्ट जिहड़ी है पंजाब दी लगभग तबाह हुई है तो मुआवजे के लिए धरने भी लगे, मुआवजे के लिए मुजाहरे भी होए पर मुआवजे के लिए हाले तक किसान नरमा बैल्ट जिहड़ी आ किसान जिहड़े ने अपनियां झोलियां अड्डी खड़ने ते नरमे की बिजाई का सीजन जिहड़ा आ ओह सिर ते आ पर हाले जिहड़े किसान ने नरमा बैल्ट जिहड़ी आ ओह दुचित्ती दे विच आ कि नरमा इस वारी बीजा जावे जां ना बीजा जावे ते जेकर बीजा जावे तां किहड़ियां सावधानियां जिहड़ियां ने वरतियां जाण क्योंकि पिछली बार जिहड़ा आख्या गया कि नरमे दे विच ही शायद कुछ इदां दा नरमे दी जिहड़ा बीज आ उस दे विच ही शायद इदां दा कुछ आया सी पर इस दे बारे गलबात जिहड़ी आ पूरी डिटेल दे विच करांगे। मेरे नाल जिहड़े हैगे ने खेतीबाड़ी माहिर गुरप्रीत सिंह दबड़ी खाना होणगे। दबड़ी खाना साहब दे नाल जिहड़े हैगे गलबात करांगे। सब तो पहलां दबड़ी खाना साहब दा स्वागत कर लैने। दबड़ी खाना साहब स्वागत ਧੰਨਵਾਦ ਜੀ, ਤੁਸੀਂ ਮੌਕਾ ਦਿੱਤਾ ਕਿਸਾਨਾਂ ਦੇ ਰੂਬਰੂ ਹੋਣ ਦਾ ਜੀ। ਦਬੜੀ ਖਾਨਾ ਸਾਹਿਬ, ਜਿਸ ਤਰ੍ਹਾਂ ਦੇ ਨਾਲ ਮੈਂ ਗੱਲ ਕੀਤੀ ਕਿ ਜੇਕਰ ਪਿਛਲੀ ਵਾਰ ਦੀ ਗੱਲ ਕਰੀਏ ਤਾਂ ਨਰਮਾ ਬੈਲਟ ਜਿਹੜੀ ਲਗਭਗ ਤਬਾਹ ਹੋ ਗਈ ਸੀ ਤੇ ਮੁਆਵਜ਼ੇ ਦੇ ਲਈ ਹਾਲੇ ਤੱਕ ਵੀ ਕਿਸਾਨ ਜਿਹੜੇ ਆ ਝੋਲੀਆਂ ਆਪਣੀਆਂ ਜਿਹੜੇ ਉਹ ਅੱਡੀ ਖੜੇ ਆ ਕਿ ਸ਼ਾਇਦ ਹਾਲੇ ਸਾਡੀ ਝੋਲੀ ਦੇ ਵਿੱਚ ਮੁਆਵਜ਼ਾ ਜਿਹੜਾ ਪੂਰਾ ਜਿੰਨੀ ਅਸੀਂ ਮੰਗ ਕਰਦੇ ਹਾਂ ਸ਼ਾਇਦ ਹੋ ਪਏ ਜੀ, ਹੈ ਨਾ। ਤੇ ਇਸ ਵਾਰੀ ਜਿਹੜਾ ਸੀਜ਼ਨ ਆ ਉਹ ਫਿਰ ਸਿਰ ਦੇ ਉੱਤੇ ਆ ਗਿਆ ਤਾਂ ਫਿਰ ਕੀ ਕਰੂਗਾ ਕਿਸਾਨ ਇਸ ਵਾਰੀ? ਦੇਖੋ, ਜਿੱਥੋਂ ਤੱਕ ਮੁਆਵਜ਼ੇ ਦੀ ਗੱਲ ਆ ਤਾਂ ਮੁਆਵਜ਼ਾ ਸਰਕਾਰਾਂ ਵੱਲੋਂ ਐਲਾਨਿਆ ਜਾਂਦਾ ਹੁੰਦਾ ਤੇ ਦਿੱਤਾ ਕਿੰਨਾ ਜਾਂਦਾ ਜੀ ਉਹ ਵੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਜੀ ਤੇ ਜਿਨ੍ਹਾਂ ਨੂੰ ਮਿਲਦਾ ਉਹਨਾਂ ਨੂੰ ਵੀ ਪਤਾ। ਤੇ ਬਹੁਤ ਵਾਰੀ ਅਜਿਹਾ ਹੁੰਦਾ ਕਿ ਜਿਹੜੇ ਅਸਲੀ ਹੱਕਦਾਰ ਹੁੰਦੇ ਆ ਉਹ ਰਹਿ ਜਾਂਦੇ ਆ, ਦੂਜੇ ਲੈ ਜਾਂਦੇ ਆ ਤੇ ਲੀਡਰਾਂ ਦੇ ਚਹੇਤੇ ਲੈ ਜਾਂਦੇ ਆ। ਮਤਲਬ ਮਰੀਆਂ ਜ਼ਮੀਰਾਂ ਵਾਲੇ ਜੀ ਜਿਹੜੇ ਹੈਗੇ ਆ ਉਹ ਮੁਆਵਜ਼ਾ ਲੈ ਜਾਂਦੇ ਆ ਤੇ ਜਿਹੜੇ ਉਂਝ ਮਰ ਚੁੱਕੇ ਹੁੰਦੇ ਆ ਨਾ ਫਸਲ ਫੇਲ ਹੋਣ ਕਰਕੇ ਜਿਨ੍ਹਾਂ ਦਾ ਲੱਕ ਟੁੱਟ ਚੁੱਕਿਆ ਹੁੰਦਾ ਤੇ ਉਹ ਵਿਚਾਰੇ ਰਹਿ ਜਾਂਦੇ ਹੁੰਦੇ ਆ। ਤਾਂ ਇਹ ਮੁਆਵਜ਼ੇ ਵਾਲੀਆਂ ਤਾਂ ਇਸ ਤਰ੍ਹਾਂ ਦੀਆਂ ਹੀ ਗੱਲਾਂ ਬਾਤਾਂ ਹੁੰਦੀਆਂ। ਹੁਣ ਮਸਲਾ ਇਹ ਆ ਕਿ ਪਹਿਲਾਂ ਤਾਂ ਪਿਛਲੀ ਵਾਰ ਇਹ ਏਡੀ ਵੱਡੀ ਜਿਹੜੀ ਤਰਾਸਦੀ ਆ ਕਿਸਾਨਾਂ ਨਾਲ ਹੋਈ ਉਹਦੇ ਪਿੱਛੇ ਵਜ੍ਹਾ ਕੀ ਹੈ ਇਹ ਆਪਾਂ ਨੂੰ ਪਤਾ ਹੋਣਾ ਚਾਹੀਦਾ ਤੇ ਕਿਸਾਨ ਨੂੰ ਵੀ ਇਹਦੇ ਪਿੱਛੇ ਦਾ ਪੂਰਾ ਜਿਹੜਾ ਕਾਰਨ ਹੈ ਪੂਰੀ ਡਿਟੇਲ ਦੇ ਵਿੱਚ ਉਹਦੀ ਜਾਣਕਾਰੀ ਹੋਣੀ ਚਾਹੀਦੀ। ਕਾਰਨ ਆਖ ਲਈਏ, ਸੱਚ ਆਖ ਲਈਏ, ਜੋ ਵੀ ਸੱਚ ਹੈ ਉਹਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਵਜ੍ਹਾ ਕੀ ਹੈ ਗੁਲਾਬੀ ਸੁੰਡੀ ਦੇ ਆਉਣ ਦੀ ਇਸ ਵੱਡੇ ਪੱਧਰ ਤੇ ਹਮਲੇ ਦੇ ਹਿਸਾਬ ਨਾਲ? ਤਾਂ ਉਹ ਵਜ੍ਹਾ ਦੇ ਪਿੱਛੇ ਦਾ ਜਿਹੜਾ ਵਿਗਿਆਨ ਆ ਨਾ ਉਹ ਸਾਡੇ ਕਿਸਾਨਾਂ ਨੂੰ ਪਤਾ ਹੋਣਾ ਚਾਹੀਦਾ। ਸਾਡੀ ਤਰਾਸਦੀ ਇਹ ਵੀ ਆ ਕਿ ਸਾਡੇ ਕਿਸਾਨ ਖੇਤੀ ਕਰਦੇ ਤਾਂ ਹੈਗੇ ਆ ਪਰ ਖੇਤੀ ਆਉਂਦੀ ਨਹੀਂ ਹੈਗੀ ਕਿਸਾਨਾਂ ਨੂੰ ਜੀ। ਹੁਣ ਇਹ ਮੈਂ ਇੱਕ ਵੱਡੀ ਸਟੇਟਮੈਂਟ ਦੇ ਰਿਹਾ ਜੀ। ਇੱਕ ਅਜਿਹਾ ਬੰਦਾ ਜਿਹੜਾ ਆਪ ਇੱਕ ਓਰਾ ਵੀ ਖੇਤੀ ਨਹੀਂ ਕਰਦਾ ਉਹ ਇਹ ਕਹਿ ਰਿਹਾ ਕਿ ਜਿਹੜੇ ਕਰਦੇ ਆ ਉਹਨਾਂ ਨੂੰ ਖੇਤੀ ਆਉਂਦੀ ਨਹੀਂ। ਠੀਕ ਹੈ, ਇਹਦੇ ਪਿੱਛੇ ਇੱਕ ਰੀਜ਼ਨ ਆ, ਇੱਕ ਵੱਡਾ ਕਾਰਨ ਆ ਤਾਂ ਮੈਂ ਇਹ ਕਹਿ ਰਿਹਾ। ਤੋ ਦੇਖੋ, ਖੇਤੀ ਜਿਹੜੀ ਹੈਗੀ ਹੈ ਨਾ, ਮੈਂ ਬਾਰ-ਬਾਰ ਕਹਿਣਾ ਰਹਿਣਾ ਕਿ ਵਾਹਣ ਵਾਹੁਣਾ, ਵਾਹਣ ਬਣਾ ਲੈਣਾ, ਵਾਹਣ ਬੀਜ ਲੈਣਾ, ਫਸਲ ਪਾਲਣਾ ਜੀ, ਫਸਲ ਸੰਭਾਲਣਾ ਜੀ, ਫਸਲ ਕੱਢ ਲੈਣਾ ਤੇ ਫਸਲ ਵੇਚ ਵੱਟ ਲੈਣਾ, ਇਹ ਖੇਤੀ ਨਹੀਂ ਹੈਗੀ ਜੀ।
ਇਹ ਖੇਤੀ 'ਚ ਕੀਤੇ ਜਾਣ ਵਾਲੇ ਕੁਝ ਕੰਮ ਹੈ ਜੀ ਖੇਤੀ ਕੁਝ ਹੋਰ ਹੈ ਜੀ ਤੇ ਉਹ ਜਿਹੜਾ ਕੁਝ ਹੋਰ ਹੈ ਉਹ ਅਸਲ ਦੇ ਵਿੱਚ ਖੇਤੀ ਦਾ ਵਿਗਿਆਨ ਜਿਹਨੂੰ ਪਤਾ ਹੋਏਗਾ ਉਸੇ ਨੂੰ ਹੀ ਪਤਾ ਹੋਏਗਾ ਜੀ ਤਾਂ ਇਹਦਾ ਮਤਲਬ ਆ ਕਿ ਸਾਡੇ ਕਿਸਾਨਾਂ ਨੂੰ ਖੇਤੀ ਦਾ ਜਿਹੜਾ ਅਸਲ ਵਿਗਿਆਨ ਆ ਉਹਦੇ ਧਾਰਨੀ ਹੋਣਾ ਚਾਹੀਦਾ, ਉਹਦੇ ਜਾਣੂ ਹੋਣਾ ਚਾਹੀਦਾ। ਤਾਂ ਹੁਣ ਜਦੋਂ ਇਹ ਗੱਲ ਕਰਦੇ ਆ ਤਾਂ ਫਿਰ ਧਿਆਨ 'ਚ ਆਉਂਦਾ ਕਿ ਸਾਡੇ ਨਾ ਜਿਹੜਾ ਖੇਤੀ ਦੀ ਬਿਜਾਈ ਦਾ ਪੈਟਰਨ ਹੈ ਇਹਨੂੰ ਅੰਗਰੇਜ਼ੀ 'ਚ ਕਹਿੰਦੇ ਆ ਡੈਂਸ ਪਲਾਂਟੇਸ਼ਨ। ਕੈਮੀਕਲ ਫਾਰਮਿੰਗ ਦੀ ਖਾਸੀਅਤ ਆ ਇਹ ਸੰਘਣੀ ਖੇਤੀ ਹੈ ਜੀ। ਤਾਂ ਕਣਕ ਦੀ ਖੇਤੀ ਲੈ ਲਓ, ਝੋਨੇ ਦੀ ਖੇਤੀ ਲੈ ਲਓ, ਨਰਮੇ ਦੀ ਖੇਤੀ ਲੈ ਲਓ, ਜਿਹੜੀ ਮਰਜ਼ੀ ਖੇਤੀ ਲੈ ਲਓ, ਕੈਮੀਕਲ ਖੇਤੀ ਤਹਿਤ ਇਹ ਸਾਰੀ ਦੀ ਸਾਰੀ ਸੰਘਣੀ ਖੇਤੀ ਹੁੰਦੀ ਹੈ ਜੀ। ਪੌਦੇ ਜਿਹੜੇ ਹੈਗੇ ਆ ਨੇੜੇ ਨੇੜੇ ਲਾਏ ਜਾਂਦੇ ਜੀ ਤੇ ਉਹ ਗਲਤ ਹੈ। ਜੀ ਜੇ ਤੁਸੀਂ ਆਪਣੀ ਖੇਤੀ ਦੇ ਵਿੱਚ ਕੀੜਿਆਂ ਦੇ ਅਤੇ ਬਿਮਾਰੀਆਂ ਦੇ ਹਮਲੇ ਤੋਂ ਮੁਕਤ ਰਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਜਿਹੜੀ ਹੈਗੀ ਆ ਡੈਂਸ ਪਲਾਂਟੇਸ਼ਨ, ਡੈਂਸ ਸੋਇੰਗ ਤਿਆਗਣੀ ਪਊਗੀ। ਜੀ ਜਦੋਂ ਕਿ ਰეკਮੈਂਡੇਸ਼ਨਾਂ ਜਿਹੜੀਆਂ ਹੈਗੀਆਂ ਉਹ ਡੈਂਸ ਪਲਾਂਟੇਸ਼ਨ ਦੀਆਂ ਤਾਂ ਤੁਹਾਨੂੰ ਉਹਦੇ ਉਲਟ ਚੱਲਣਾ ਪਊਗਾ ਜਿਹੜਾ ਕੁਛ ਇਹਨਾਂ ਨੇ ਦੱਸਿਆ ਹੋਇਆ ਖੇਤੀ ਅਦਾਰਿਆਂ ਨੇ ਕਿਸਾਨਾਂ ਨੂੰ ਦੱਸਿਆ ਹੋਇਆ। ਤਾਂ ਉਹ ਜਿਹੜੀ ਸੰਘਣੀ ਖੇਤੀ ਆ ਉਹ ਤੋਂ ਹਟ ਕੇ ਖੇਤੀ ਨੂੰ ਵਿਰਲਾ ਕਰਨਾ ਪਊਗਾ। ਤਾਂ ਉਹਦੇ ਤਹਿਤ ਤੁਹਾਨੂੰ ਆਪਣੀ ਜਿਹੜੀ ਨਰਮੇ ਦੀ ਬਿਜਾਈ ਆ ਉਹਨੂੰ ਘੱਟੋ ਘੱਟ 4 ਬਾਏ 4 ਫੁੱਟ ਤੇ ਲੈ ਕੇ ਜਾਣ ਦੀ ਲੋੜ ਹੈ। ਅੱਛਾ ਜੀ। ਜਿਹੜੀ ਤੁਸੀਂ ਨੇੜੇ ਨੇੜੇ ਬਿਜਾਈ ਕਰਦੇ ਆ ਉਹ ਗਲਤ ਹੈਗੀ ਆ, ਉਹਨੂੰ 4 ਬਾਏ 4 ਫੁੱਟ ਤੇ ਘੱਟੋ ਘੱਟ ਲੈ ਕੇ ਜਾਓ। ਠੀਕ ਹੈ। ਤਾਂ ਉਹਦੇ ਨਾਲ ਹੁੰਦਾ ਕੀ ਹੈ ਜੀ ਉਹ ਸਮਝ ਲਓ। ਤਾਂ ਪਹਿਲਾਂ ਜਦੋਂ ਆਪਾਂ ਸੰਘਣਾ ਬੀਜਦੇ ਆ ਨਾ ਕਿਸੇ ਵੀ ਚੀਜ਼ ਨੂੰ, ਸੰਘਣੇਪਣ ਕਰਕੇ ਇੱਕ ਸਮਾਂ ਆਉਂਦਾ ਕਿ ਜਲਦੀ ਹੀ ਪੌਦੇ ਜੀ ਇੱਕ ਦੂਜੇ ਵਿੱਚ ਫਸ ਜਾਂਦੇ ਆ, ਜੀ ਜਗ੍ਹਾ ਨਹੀਂ ਰਹਿੰਦੀ, ਜੀ ਫਸਲ ਮੱਲ ਜਾਂਦੀ ਹੈ ਜੀ ਤੇ ਅੰਦਰ ਜਗ੍ਹਾ ਨਹੀਂ ਰਹਿੰਦੀ ਸੰਘਣਾ ਹੋਣ ਕਰਕੇ। ਜਦੋਂ ਪੌਦਿਆਂ ਦੇ ਵਿਚਾਲੇ ਜਗ੍ਹਾ ਨਹੀਂ ਹੋਏਗੀ ਤਾਂ ਉੱਥੇ ਹਵਾ ਦਾ ਜਿਹੜੀ ਹਵਾਦਾਰੀ ਆ ਜੀ ਨਾ, ਹਵਾ ਦਾ ਸਰਕੂਲੇਸ਼ਨ ਉਹ ਬੰਦ ਹੋ ਜਾਏਗਾ, ਬਿਲਕੁਲ ਰੌਸ਼ਨੀ ਥੱਲੇ ਤੱਕ ਨਹੀਂ ਆਏਗੀ ਤੇ ਉਹਦੇ ਕਰਕੇ ਉੱਥੇ ਇੱਕ ਖਾਸ ਮਾਹੌਲ ਬਣੇਗਾ। ਸਿੱਲ, ਹਨੇਰਾ ਤੇ ਹੁਮਸ। ਬਿਲਕੁਲ। ਜਿੱਥੇ ਇਹ ਤਿੰਨੇ ਚੀਜ਼ਾਂ ਇਕੱਠੀਆਂ ਹੋ ਗਈਆਂ, ਸਿੱਲ, ਹਨੇਰਾ ਤੇ ਹੁਮਸ, ਉੱਥੇ ਫਿਰ ਤੁਹਾਡੀ ਫਸਲ ਤੇ ਕੀੜਿਆਂ ਦਾ ਵੀ ਹਮਲਾ ਹੋਏਗਾ ਤੇ ਤੁਹਾਡੀ ਫਸਲ ਤੇ ਬਿਮਾਰੀਆਂ ਦਾ ਵੀ ਹਮਲਾ ਹੋਏਗਾ। ਕਿਉਂਕਿ ਕੀੜੇ ਅਤੇ ਬਿਮਾਰੀਆਂ ਸਿੱਲ, ਹਨੇਰੇ ਅਤੇ ਹੁਮਸ ਵਾਲੇ ਮਾਹੌਲ ਦੇ ਵਿੱਚ ਵੱਧਦੇ ਪਣਪਦੇ ਆ, ਵੱਧਦੇ ਫੁੱਲਦੇ ਆ। ਇਸ ਮਾਹੌਲ ਨੂੰ ਉਹ ਪਸੰਦ ਕਰਦੇ ਆ ਟੂ ਗਰੋ ਦੇਅਰ ਇਨ ਦਾ ਫੀਲਡ। ਤਾਂ ਖੇਤ ਦੇ ਵਿੱਚ ਪਣਪਣ ਅਤੇ ਵਧਣ ਫੁੱਲਣ ਲਈ ਉਹ ਸਿੱਲ, ਹਨੇਰੇ ਅਤੇ ਹੁਮਸ ਵਾਲੇ ਮਾਹੌਲ ਨੂੰ ਪਸੰਦ ਕਰਦੇ ਆ। ਤੇ ਇਹ ਮਾਹੌਲ ਦਿੱਤਾ ਕਿਹਨੇ? ਅਸੀਂ। ਕਿਹਦੇ ਕਹਿਣ ਤੇ? ਜਿਨ੍ਹਾਂ ਨੇ ਸਿਫਾਰਸ਼ਾਂ ਕੀਤੀਆਂ ਉਹਨਾਂ ਦੇ ਕਹਿਣ ਤੇ। ਠੀਕ ਹੈ। ਹੁਣ ਜਦੋਂ ਤੁਸੀਂ ਰੋ ਟੂ ਰੋ, ਲਾਈਨ ਤੋਂ ਲਾਈਨ ਤੇ ਬੂਟੇ ਤੋਂ ਬੂਟਾ ਇੱਕ ਪ੍ਰੋਪਰ ਜਿੰਨੀ ਚਾਹੀਦੀ ਆ ਉਨੀ ਦੂਰੀ ਤੇ ਪੌਦੇ ਲਾ ਦਿਓਗੇ, ਬਿਜਾਈ ਕਰ ਦਿਓਗੇ ਤਾਂ ਕੀ ਹੋਏਗਾ? ਹਵਾ ਵੀ ਘੁੰਮੇਗੀ ਪੂਰੇ ਖੇਤ ਦੇ ਵਿੱਚ, ਏਅਰ ਸਰਕੂਲੇਸ਼ਨ ਹੁੰਦੀ ਰਹੇਗੀ, ਰੌਸ਼ਨੀ ਥੱਲੇ ਤੱਕ ਆਏਗੀ। ਤੇ ਜਦੋਂ ਪੌਦੇ ਆਪਸ ਦੇ ਵਿੱਚ ਫਸੇ ਨਹੀਂ ਹੈਗੇ ਤਾਂ ਜਿਹੜੀ ਉੱਥੇ ਸਿੱਲ ਹੈ ਉਹ ਇਵੈਪੋਰੇਟ ਹੋ ਜਾਏਗੀ। ਉਹ ਜਿਹੜਾ ਮੋਇਸਚਰ ਹੈ, ਓਵਰ ਮੋਇਸਚਰ, ਉਹ ਜਿਹੜਾ ਹੈਗਾ ਉੱਪਰ ਨਿਕਲ ਜਾਏਗਾ ਭਾਪ ਬਣ ਕੇ। ਤਾਂ ਹੁਣ ਉੱਥੇ ਸਿੱਲ ਵੀ ਖਤਮ ਹੋ ਗਈ, ਰੌਸ਼ਨੀ ਆਉਣ ਕਰਕੇ ਹਨੇਰਾ ਵੀ ਖਤਮ ਹੋ ਗਿਆ ਤੇ ਹਵਾਦਾਰੀ ਹੋਣ ਕਰਕੇ ਹੁਮਸ ਵੀ ਖਤਮ ਹੋ ਗਿਆ। ਜਿੱਥੇ ਸਿੱਲ, ਹਨੇਰਾ ਤੇ ਹੁਮਸ ਹੈ ਨਹੀਂ ਉੱਥੇ ਕੀੜੇ ਦਾ ਵੀ ਹਮਲਾ ਹੈ ਨਹੀਂ, ਉੱਥੇ ਬਿਮਾਰੀ ਦਾ ਵੀ ਹਮਲਾ ਹੈ ਨਹੀਂ। ਹੁਣ ਅਗਲੀ ਗੱਲ, ਜਿਹੜਾ ਹਮਲਾ ਉਹ ਹੋਰ ਚੀਜ਼ ਹੈ ਤੇ ਆਮਦ ਹੋਰ ਚੀਜ਼ ਆ। ਕੀੜਿਆਂ ਦਾ ਆਉਣਾ ਕੋਈ ਮਸਲਾ ਨਹੀਂ ਹੈਗਾ ਫਸਲ ਦੇ ਵਿੱਚ। ਜੇ ਫਸਲ ਹੈਗੀ ਆ ਤਾਂ ਉੱਥੇ ਕੀੜੇ ਆਉਣੇ ਚਾਹੀਦੇ ਆ ਪਰ ਜੇ ਉਹ ਹਮਲੇ ਦੀ ਹੱਦ ਤੱਕ ਆਉਂਦੇ ਆ ਤਾਂ ਮਸਲਾ। ਜਿਹੜੀ ਸਾਡੀ ਵਿਰਲੀ ਖੇਤੀ ਹੈ ਉਹਦੇ ਵਿੱਚ ਕੀੜੇ ਆਉਂਦੇ ਆ, ਆਇਆਂ ਦਾ ਕੋਈ ਦੁੱਖ ਨਹੀਂ, ਚੜ ਕੇ ਆਇਆਂ ਦਾ ਦੁੱਖ ਹੀ ਦੁੱਖ ਹੈ। ਆਉਣਾ ਤੇ ਚੜ ਕੇ ਆਉਣਾ ਦੋ ਵੱਖੋ ਵੱਖਰੀਆਂ ਗੱਲਾਂ।
ਹੁਣ ਮੈਂ ਤੁਹਾਡੇ ਕੋਲੇ ਆਇਆ ਤੇ ਅਸੀਂ ਵਧੀਆ ਗੱਲਬਾਤ ਕਰਦੇ ਪਏ ਆ, ਸਾਜ਼ਗਾਰ ਮਾਹੌਲ ਦੇ ਵਿੱਚ ਬੈਠੇ ਹੋਏ, ਤੇ ਜੇ ਮੈਂ ਚੜ ਕੇ ਆਇਆ ਹੁੰਦਾ ਤੇ ਫਿਰ ਕੀ ਹੋਣਾ ਸੀ? ਫਿਰ ਤਾਂ ਲੜਾਈ ਹੋਣੀ ਸੀ। ਬਿਲਕੁਲ। ਤੁਸੀਂ 2 ਮੇਰੇ ਮਾਰਦੇ, ਮੈਂ 2 ਤੁਹਾਡੇ ਮਾਰਦਾ, ਤੁਸੀਂ 3 ਬੰਦੇ ਆ, ਮੈਂ ਇਕੱਲਾ, ਤੇ ਫਿਰ ਨੁਕਸਾਨ ਹੋਣਾ ਸੀ। ਥੋੜਾ ਜਿਹਾ ਤੁਹਾਡਾ ਹੁੰਦਾ, ਮੇਰਾ ਜ਼ਿਆਦਾ ਹੋ ਜਾਂਦਾ। ਤਾਂ ਜਦੋਂ ਚੜ ਕੇ ਆਉਂਦਾ ਉਦੋਂ ਨੁਕਸਾਨ ਆ, ਜਦੋਂ ਆਉਂਦਾ ਬੰਦਾ ਉਦੋਂ ਕੋਈ ਪ੍ਰੋਬਲਮ ਨਹੀਂ। ਠੀਕ ਹੈ। ਤਾਂ ਕੀੜੇ ਜਦੋਂ ਚੜ ਕੇ ਆਉਂਦੇ ਆ ਉਦੋਂ ਫਿਰ ਅਸੀਂ ਵੀ ਚੜ ਪੈਂਦੇ ਆ ਕੀੜਿਆਂ ਤੇ, ਤੇ ਦੋਹਾਂ ਦੀ ਲੜਾਈ ਦੇ ਵਿੱਚ ਤੀਜੇ ਦਾ ਫਾਇਦਾ ਹੁੰਦਾ। ਤੇ ਤੀਜਾ ਕੌਣ ਹੈ? ਪੈਸਟੀਸਾਈਡ ਕੰਪਨੀਆਂ ਵਾਲੇ ਤੇ ਉਹਨਾਂ ਦੀਆਂ ਸਿਫਾਰਸ਼ਾਂ ਕਰਨ ਵਾਲੇ। ਤੇ ਉੱਥੇ ਸਾਡੇ ਹਥਿਆਰ ਪੈਸਟੀਸਾਈਡ ਹੁੰਦੇ ਆ, ਉੱਥੇ ਸਾਡੇ ਹਥਿਆਰ ਪੈਸਟੀਸਾਈਡ ਹੀ ਹੁੰਦੇ ਆ, ਤੇ ਇਸ ਕਰਕੇ ਉਹਨਾਂ ਦਾ ਫਾਇਦਾ ਹੁੰਦਾ। ਉਸ ਚੱਕਰ 'ਚ ਮਣਾ ਮੂੰਹੀ ਪੈਸਟੀਸਾਈਡ ਜਿਹੜੇ ਹੈਗੇ ਆ, ਅਸੀਂ ਕੀੜਿਆਂ ਨੂੰ ਮਾਰਨ ਲਈ, ਬਿਮਾਰੀਆਂ ਨੂੰ ਰੋਕਣ ਲਈ ਇਸਤੇਮਾਲ ਕਰਦੇ ਆ, ਜਿਹੜੇ ਸਿਫਾਰਿਸ਼ ਕੀਤੇ ਗਏ ਹੁੰਦੇ ਆ ਸੰਬੰਧਿਤ ਅਦਾਰਿਆਂ ਵੱਲੋਂ। ਕਿਸਾਨ ਕੀ ਕਰੇ? ਕਿਸਾਨ ਤਾਂ ਦੇਖੋ ਯੂਨੀਵਰਸਿਟੀਆਂ ਦੇ ਉੱਪਰ ਕਿਸਾਨ ਜਿਹੜਾ ਹੈਗਾ, ਜਾਂ ਮਾਹਿਰਾਂ ਦੇ ਉੱਪਰ ਕਿਸਾਨ ਜਿਹੜਾ ਹੈਗਾ ਭਰੋਸਾ ਕਰਦੇ ਆ ਕਿ ਇਹ ਖੇਤੀਬਾੜੀ ਮਾਹਿਰ ਨੇ, ਇਹਨਾਂ ਨੇ ਇਹ ਸਮਝਾਇਆ, ਯੂਨੀਵਰਸਿਟੀ ਸਾਨੂੰ ਇਹ ਸਮਝਾਇਆ, ਤਾਂ ਫਿਰ ਆਪਾਂ ਇੱਥੇ ਕਿਸਾਨ ਨੂੰ ਗਲਤ ਕਹਿ ਸਕਦੇ ਹਾਂ? ਨਹੀਂ, ਕਿਸਾਨ ਨੂੰ ਸਿੱਧੇ ਰੂਪ ਨਾਲ ਅਸੀਂ ਗਲਤ ਨਹੀਂ ਕਹਿ ਸਕਦੇ, ਪਰ ਕਿਸਾਨ ਦਾ ਜਿਹੜਾ ਲਾਈ ਲੱਗ ਪੁਣਾ, ਕਿਸਾਨ ਇਕੱਲਾ ਉਹਨੂੰ ਤਿਆਗ ਦੇ ਜੀ। ਮੈਂ ਕੁਝ ਦੱਸ ਰਿਹਾ ਕਿਸਾਨ ਨੂੰ ਜੀ, ਤਾਂ ਕਿਸਾਨ ਉਹਨੂੰ ਕਿਉਂ ਮੰਨੇ? ਬਿਨਾ ਜਾਂਚੇ, ਬਿਨਾ ਪਰਖੇ। ਭਾਵ ਆਪਣੀ ਜਾਂਚ ਪੜਤਾਲ ਜ਼ਰੂਰੀ ਹੈ। ਬਿਲਕੁਲ, ਬਹੁਤ ਜ਼ਰੂਰੀ ਹੈ। ਉਹਦੇ ਲਈ ਤੁਹਾਨੂੰ ਖੇਤੀ ਦੇ ਵਿਗਿਆਨ ਦੀ ਨੌਲੇਜ ਹੋਣੀ ਚਾਹੀਦੀ ਹੈ। ਤਾਂ ਕਿਸਾਨ ਆਪਣੀ ਨੌਲੇਜ ਵਧਾਏ, ਆਪਣੇ ਗਿਆਨ ਦਾ ਦਾਇਰਾ ਮੋਕਲਾ ਕਰੇ ਜੀ। ਖੇਤੀ ਦਾ ਵਿਗਿਆਨ ਵੀ 2 ਤਰ੍ਹਾਂ ਦਾ ਜੀ, ਇੱਕ ਪ੍ਰੋ ਕਾਰਪੋਰੇਟ, ਇੱਕ ਪ੍ਰੋ ਪੀਪਲ। ਜਿਹੜਾ ਪ੍ਰੋ ਕਾਰਪੋਰੇਟ ਵਿਗਿਆਨ ਹੈ ਉਹ ਕਾਰਪੋਰੇਟ ਦੇ ਹਿੱਤ ਵੇਖਦਾ, ਤੇ ਜਿਹੜਾ ਪ੍ਰੋ ਪੀਪਲ ਵਿਗਿਆਨ ਹੈ ਉਹ ਪੂਰੀ ਲੋਕਾਈ ਦੇ ਹਿੱਤ ਦੇਖਦਾ ਤੇ ਪੂਰੀ ਲੋਕਾਈ ਦੇ ਹਿੱਤ 'ਚ ਅੱਗੇ ਵੱਧਦਾ ਜੀ। ਤਾਂ ਕਿਸਾਨ ਨੂੰ ਪ੍ਰੋ ਪੀਪਲ ਵਿਗਿਆਨ ਦੀ ਸਮਝ ਹੋਣੀ ਚਾਹੀਦੀ ਹੈ। ਜਦੋਂ ਉਹਨੂੰ ਪ੍ਰੋ ਪੀਪਲ ਜੀ ਕੁਦਰਤ ਪੱਖੀ ਵਿਗਿਆਨ ਦੀ ਸਮਝ ਹੋਏਗੀ ਤਾਂ ਉਹਨੂੰ ਕਾਰਪੋਰੇਟੀ ਵਿਗਿਆਨ ਨੂੰ ਚੈਲੰਜ ਕਰਨਾ ਆਸਾਨ ਹੋ ਜਾਏਗਾ ਜੀ। ਜਦੋਂ ਤੁਹਾਨੂੰ ਅਸਲ ਵਿਗਿਆਨ ਦੀ ਸਮਝ ਨਹੀਂ ਹੈਗੀ ਹੈ ਤਾਂ ਤੁਹਾਡੇ ਉੱਤੇ ਨਕਲ ਵਿਗਿਆਨ ਥੋਪਿਆ ਹੀ ਜਾਏਗਾ ਇੱਕ ਨਾ ਇੱਕ ਦਿਨ। ਪਰ ਇੱਥੇ ਦੱਬੀ ਖਾਨਾ ਸਾਹਿਬ ਇੱਕ ਸਵਾਲ ਹੋਰ ਪਣਪਦਾ ਹੈ ਕਿ ਤੁਸੀਂ ਬਿਜਾਈ ਦੀ ਗੱਲ ਕੀਤੀ ਹੈ ਕਿ ਸਾਨੂੰ ਇਸ ਹਿਸਾਬ ਦੇ ਨਾਲ ਕਰਨੀ ਚਾਹੀਦੀ ਹੈ, ਪਰ ਕਿਸਾਨ ਭਰਾ ਆਖਦੇ ਨੇ ਕਿ ਇਸ ਤਾਂ ਪਿਛਲੇ ਲੰਬੇ ਸਮੇਂ ਤੋਂ ਬਿਜਾਈ ਇਸ ਹਿਸਾਬ ਨਾਲ ਕਰ ਰਹੇ ਹਨ, ਪਰ ਜਿਸ ਤਰ੍ਹਾਂ ਦੀ ਤਬਾਹੀ ਪਿਛਲੇ ਸਾਲ ਹੋਈ ਹੈ ਸ਼ਾਇਦ ਉਹ ਪਿਛਲੇ ਕਈਆਂ ਸਾਲਾਂ ਦੇ ਵਿੱਚ ਇਦਾਂ ਦੀ ਤਬਾਹੀ ਨਹੀਂ ਹੋਈ। ਨਹੀਂ, ਤਬਾਹੀ ਦਾ ਜਿਹੜਾ ਮੁੱਢ ਹੁੰਦਾ ਨਾ ਉਹ ਇੱਕ ਦਿਨ 'ਚ ਜਾਂ ਇੱਕ ਸੀਜ਼ਨ 'ਚ ਨਹੀਂ ਵੱਜਦਾ ਹੁੰਦਾ। ਕਿਸੇ ਵੀ ਸਮੱਸਿਆ ਦੀ ਜਿਹੜੀ ਜੜ ਆ ਉਹ ਇੱਕੇ ਦਮ ਨਹੀਂ ਲੱਗਦੀ, ਹੌਲੀ ਹੌਲੀ ਉਹ ਲੱਗਦੀ ਹੈ ਜੀ। ਤੇ ਜਿੱਥੋਂ ਤੱਕ ਆਪਾਂ ਗੱਲ ਕਰਦੇ ਆ ਵੀ ਐਡਾ ਵੱਡਾ ਨੁਕਸਾਨ ਕਈ ਸਾਲਾਂ 'ਚ ਨਹੀਂ ਹੋਇਆ ਜੀ। ਤਾਂ ਰੂਪ ਬਦਲ ਕੇ ਹੁੰਦਾ ਜੀ। ਨੁਕਸਾਨ ਜਿਹੜਾ ਹੈਗਾ ਉਹ ਪਿਛਲੇ 10-15 ਕੁ ਸਾਲਾਂ 'ਚ ਬਹੁਤ ਜ਼ਿਆਦਾ ਹੋਇਆ। ਕਦੇ ਚਿੱਟੇ ਮੱਛਰ ਦੇ ਪਿਛਲੇ ਜੇ 15-18 ਸਾਲਾਂ 'ਚ ਦੇਖੀਏ ਤਾਂ ਕਿਸਾਨਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ, ਇਸੇ ਫਸਲ ਤੇ ਹੋਇਆ। ਠੀਕ ਹੈ। ਨੁਕਸਾਨ ਦੇ ਕਾਰਨ ਤੇ ਨੁਕਸਾਨ ਕਰਨ ਵਾਲੇ ਕੀੜੇ ਰੂਪ ਕਹਿ ਲਈਏ ਉਹ ਵੱਖਰੇ ਸੀ। ਠੀਕ ਹੈ। ਜਿਹੜੇ ਰੂਪ ਸੀਗੇ ਉਹ ਵੱਖਰੇ ਸੀ, ਕੀੜੇ ਸੀਗੇ ਉਹ ਵੱਖਰੇ ਸੀ। ਤਾਂ ਸਭ ਤੋਂ ਪਹਿਲਾਂ ਮਿਲੀ ਬੱਗ ਨੇ ਜਿਹੜਾ ਹੈਗਾ ਤਬਾਹੀ ਮਚਾਈ ਸੀ। ਬਿਲਕੁਲ। ਜਦੋਂ ਮਿਲੀ ਬੱਗ ਦਾ ਅਟੈਕ ਹੋਇਆ ਸੀ ਨਰਮਿਆਂ ਦੇ ਉੱਤੇ ਤਾਂ ਉਦੋਂ ਭਾਈ ਸਾਹਿਬ ਪੰਜਾਬ ਦੇ ਵਿੱਚ 600 ਕਰੋੜ ਦੀ ਪਰਫੀਨੋਫਾਸ ਵਿਕੀ ਸੀ, ਮਿਲੀ ਬੱਗ ਨੂੰ ਮਾਰਨ ਵਾਲੀ ਜ਼ਹਿਰ। ਹਾਲਾਂਕਿ ਮਿਲੀ ਬੱਗ ਕਿਸੇ ਜ਼ਹਿਰ ਨਾਲ ਮਰਦੀ ਨਹੀਂ, ਉਹਦੇ ਉੱਤੇ ਜਿਹੜੀ ਵੈਕਸ ਕੋਟਿੰਗ ਹੁੰਦੀ ਹੈ ਉਹਦੇ ਕਰਕੇ ਮਿਲੀ ਬੱਗ ਤੇ ਜ਼ਹਿਰ ਦਾ ਛੇਤੀ ਕੋਈ ਅਸਰ ਹੀ ਨਹੀਂ ਹੁੰਦਾ। ਠੀਕ ਹੈ। ਖਾਸ ਕਰਕੇ ਕੰਟੈਕਟ ਪੋਇਜ਼ਨਸ ਦਾ। ਠੀਕ ਹੈ। ਉਸ ਤੋਂ ਬਾਅਦ ਮਿਲੀ ਬੱਗ ਜਦੋਂ ਢਹਿਲੀ ਪਈ, ਮਿਲੀ ਬੱਗ ਨੇ ਖਾਸ ਕੰਮ ਕੀ ਕੀਤਾ ਸੀ, ਜਿਹੜਾ ਨਾ ਉਦੋਂ ਪਹਿਲਾਂ 3-4 ਸਾਲਾਂ 'ਚ ਕਿਸਾਨਾਂ ਨੇ ਨਰਮੇ ਤੋਂ ਪੈਸਾ ਕਮਾਇਆ ਸੀ, ਮਿਲੀ ਬੱਗ 1 ਸਾਲ 'ਚ ਹੀ ਲੈ ਗਈ ਸੀ। ਠੀਕ ਹੈ। ਐਡੀ ਵੱਡੀ ਤਬਾਹੀ ਹੋਈ ਸੀ। ਉਸ ਤੋਂ ਬਾਅਦ ਮਿਲੀ ਬੱਗ ਤੋਂ ਤਾਬ ਆਏ ਕਿਸਾਨ, ਥੋੜਾ ਬਹੁਤਾ ਨਰਮਾ ਹੋਣ ਲੱਗਿਆ, 2-3 ਸਾਲ ਫਸਲ ਹੋਈ ਤੇ ਉਦੋਂ ਬਾਅਦ ਉਹਨੂੰ ਚਿੱਟਾ ਮੱਛਰ ਪੈ ਗਿਆ। ਫਿਰ ਸਾਡੀ ਇਸ ਨਰਮਾ ਪੱਟੀ ਦੇ ਵਿੱਚ ਚਿੱਟੇ ਮੱਛਰ ਨੇ ਸਾਡੀ ਨਰਮੇ ਦੀ ਫਸਲ ਤਬਾਹ ਕੀਤੀ। ਜਿਹੜਾ 2-3 ਸਾਲਾਂ 'ਚ ਕਿਸਾਨਾਂ ਨੇ ਨਰਮੇ ਤੋਂ ਲਾਹਾ ਲਿਆ ਸੀ ਉਹ ਚਿੱਟਾ ਮੱਛਰ 1 ਸਾਲ 'ਚ ਹੀ ਲੈ ਗਿਆ। ਹੁਣ ਚਿੱਟਾ ਮੱਛਰ ਤੋਂ ਸਾਡਾ ਖਹਿੜਾ ਛੁੱਟਿਆ, ਕੁਝ ਵਰੇ ਸਾਡੀ ਫਸਲ ਠੀਕ ਠਾਕ ਹੁੰਦੀ ਰਹੀ, ਪਰ ਉਹ ਝਾੜ ਨਹੀਂ ਆਏ
ਜਿਹੜੇ ਮਿਲੀ ਬੱਗ ਤੋਂ ਪਹਿਲਾਂ ਆਉਂਦੇ ਹੁੰਦੇ ਸੀ 32 ਮਣ 40 ਮਣ ਪ੍ਰਤੀ ਏਕੜ, ਉਹ ਝਾੜ ਤਾਂ 20-25 ਮਣ ਤੇ ਸਿਮਟ ਗਏ ਜੀ। ਤੇ ਇਹ 20-25 ਮਣ ਦੇ ਝਾੜ ਜਿਹੜੇ ਸਿਮਟੇ ਹੋਏ ਸੀ, ਇਹ ਝਾੜ ਗੁਲਾਬੀ ਸੁੰਡੀ ਨੇ ਮਤਲਬ 50-50 ਕਿਲੋ ਤੇ ਲਿਆ ਤੇ ਜੀ। ਠੀਕ ਹੈ। ਮੈਂ ਜਦੋਂ ਇੱਧਰ ਮਾਨਸਾ ਜ਼ਿਲ੍ਹੇ ਦੇ ਵਿੱਚ ਗਿਆ ਇੱਕ ਪਿੰਡ 'ਚ ਟ੍ਰੇਨਿੰਗ ਲਾਉਣ ਵਾਸਤੇ, ਤਾਂ ਉੱਥੇ ਇੱਕ ਕਿਸਾਨ ਮੈਨੂੰ ਆਪਣੇ ਘਰ ਲੈ ਗਿਆ, ਕਹਿੰਦਾ ਮੇਰਾ 25 ਕਿੱਲਿਆਂ ਦਾ ਨਰਮਾ ਹੈ, 25 ਲੱਖ ਦਾ ਹੋਣਾ ਸੀ ਜਿਸ ਹਿਸਾਬ ਨਾਲ ਰੇਟ ਹੈ, ਤੇ 1 ਲੱਖ ਦਾ ਨਰਮਾ ਪਿਆ ਮੇਰੇ ਘਰੇ। ਅੱਛਾ ਜੀ। 25 ਕਿੱਲਿਆਂ 'ਚੋਂ 1 ਲੱਖ ਦਾ, ਤਾਂ ਹੁਣ ਕਿਸਾਨ ਕਿੱਧਰ ਜਾਊਗਾ? 24 ਲੱਖ ਦਾ ਉਹਨੂੰ ਘਾਟਾ ਹੋ ਗਿਆ। ਬਿਲਕੁਲ ਠੀਕ ਹੈ, ਉਹਨੂੰ 24 ਲੱਖ ਦਾ ਘਾਟਾ ਹੋਇਆ 1 ਏਕੜ 25 ਏਕੜ ਮਗਰ ਜੀ। ਤੇ ਉਹਨੂੰ ਮੁਆਵਜ਼ਾ ਕਿੰਨਾ ਦੱਸਿਆ ਸੀ? 17,000 12,000 ਆਖਦੇ ਸੀ ਹੈ, ਮਤਲਬ 12,000 ਕਹਿ ਰਹੇ ਮੰਗਿਆ 17 ਸੀ ਸ਼ਾਇਦ। ਹਾਂ 12 ਮੰਗ ਰਹੇ ਸੀ ਜੀ। ਅੱਛਾ, ਹਾਂ, ਉਹ ਵੀ ਨਹੀਂ ਮਿਲਿਆ, ਕਹਿਤਾ 25 ਵੀ ਰਹੇ ਸੀ ਪਰ ਮਿਲਿਆ ਕੁਝ ਵੀ ਨਹੀਂ ਕਿਸੇ ਨੂੰ। ਜੇ ਉਹਨੂੰ 17 ਵੀ ਮਿਲ ਜਾਂਦਾ, ਮੇਰੇ ਖਿਆਲ ਚ 34-35 ਹਜ਼ਾਰ ਰੁਪਇਆ ਮੰਗਿਆ ਸੀ ਜੀ, ਤੇ ਸਰਕਾਰ 12 ਤੇ ਮੰਨੀ 12 ਤੇ ਮੰਨੀ ਸੀ। 12 ਆਖ ਰਹੇ ਸੀ ਕਿ 12 ਦੇਵਾਂਗੇ। ਇਹ 12 ਵੀ ਕਿਸੇ ਨੂੰ ਮਿਲਿਆ, ਕਿਸੇ ਨੂੰ ਨਹੀਂ ਮਿਲਿਆ, ਤੇ ਹੋ ਸਕਦਾ ਕਿਸੇ ਨੂੰ ਵੀ ਨਾ ਮਿਲਿਆ ਹੋਵੇ, ਕਿਉਂਕਿ ਰੋਲ ਗਧੋਲ ਚ ਹੀ ਲਿਆ ਨਾ। ਇਹ ਆਖਰੀ 3 ਮਹੀਨੇ ਸੀ ਜਿਹੜੇ ਸਰਕਾਰ ਦੇ, ਉਹ ਤਾਂ ਡੰਗ ਟਪਾਉਣ ਚ ਹੀ ਸੀਗੇ ਐਲਾਨਜੀਤ ਸਿੰਘ ਭਾਈ ਸਾਹਿਬ ਵੱਲੋਂ। ਤਾਂ ਹੁਣ ਜਿਹਨੂੰ ਯਾਰ 24 ਲੱਖ ਦਾ ਘਾਟਾ ਪਿਆ, ਤੇ ਜੇ ਉਹਨੂੰ 12,000 ਕਿੱਲੇ ਮਗਰ ਦੇ ਵੀ ਦਿਓਗੇ ਤੇ ਉਹ ਜਾਊ ਕਿੱਧਰ? ਬਿਲਕੁਲ। ਠੀਕ ਹੈ, ਤਾਂ ਇਸ ਕਰਕੇ ਆਪਾਂ ਜੇ ਕਹਿ ਦਈਏ ਵੀ ਇਹ ਨੁਕਸਾਨ ਐਡਾ ਵੱਡਾ ਕਦੇ ਹੋਇਆ ਨਹੀਂ ਸੀ, ਇਹ ਲਗਾਤਾਰ ਹੁੰਦਾ ਆ ਰਿਹਾ। ਤੇ ਸਬਕ ਕੀ ਸਿੱਖਿਆ? ਜਿਹੜੀ ਜ਼ਿੰਮੇਵਾਰ ਅਦਾਰੇ ਆ, ਖੇਤੀਬਾੜੀ ਯੂਨੀਵਰਸਿਟੀ ਆ, ਖੇਤੀਬਾੜੀ ਡਿਪਾਰਟਮੈਂਟ ਆ, ਉਹਨਾਂ ਨੇ ਇਸ ਸਾਰੇ ਕਾਸੇ ਤੋਂ ਸਬਕ ਕੀ ਸਿੱਖਿਆ ਤੇ ਕਿਸਾਨਾਂ ਨੂੰ ਕੀ ਗਾਈਡ ਕੀਤਾ? ਇਹ ਇੱਕ ਵੱਡਾ ਸਵਾਲ ਆ। ਹੁਣ ਮੈਂ ਜਦੋਂ ਗੁਲਾਬੀ ਸੁੰਡੀ ਨੂੰ ਲੈ ਕੇ ਗੱਲ ਕਰਦਾ, ਤਾਂ ਬਾਈ ਜੀ ਗੁਲਾਬੀ ਸੁੰਡੀ ਐਡਾ ਵੱਡਾ ਨੁਕਸਾਨ ਨਾ ਪਹੁੰਚਾਉਂਦੀ ਜੇਕਰ ਨਰਮੇ ਦੀ ਜਿਹੜੀ ਸੋਇੰਗ ਹੈ ਉਹ ਸੰਘਣੀ ਖੇਤੀ ਵਾਲੀ ਨਾ ਹੁੰਦੀ, ਉਹਨੂੰ ਵਿਰਲੀ ਖੇਤੀ ਤਹਿਤ ਬੀਜਿਆ ਜਾਂਦਾ। ਪਹਿਲੀ ਗੱਲ। ਦੂਜੀ ਗੱਲ, ਕੁਝ ਇੰਟੈਗਰੇਟਡ ਪੈਸਟ ਮੈਨੇਜਮੈਂਟ ਦੇ ਤਰੀਕੇ ਆ, ਏਕੀਕ੍ਰਿਤ ਕੀਟ ਪ੍ਰਬੰਧਨ ਦੇ ਤਕਨੀਕਾਂ ਹੈਗੀਆਂ, ਤਰੀਕੇ ਹੈਗੇ ਆ, ਉਹ ਕਿਸਾਨ ਨਾਲ ਸਾਂਝੇ ਕੀਤੇ ਜਾਣੇ ਚਾਹੀਦੇ ਸੀ, ਤੇ ਕਿਸਾਨ ਨੂੰ ਉਹ ਤਰੀਕੇ ਅਪਣਾਉਣ ਲਈ ਲਗਾਤਾਰ ਸਿੱਖਿਅਤ ਕਰਨ ਦੀ ਲੋੜ ਸੀ। ਤੇ ਉਹ ਸਿੱਖਿਅਤ ਬਾਈ ਦਫ਼ਤਰਾਂ 'ਚ ਬਹਿ ਕੇ ਨਹੀਂ ਹੋ ਸਕਦਾ ਕਿਸਾਨ। ਖੇਤੀਬਾੜੀ ਵਿਭਾਗ ਆ ਜਿਹੜਾ, ਉਹਦੇ ਕੱਲੇ ਅਮਲੇ ਫੈਲੇ ਨੂੰ ਖੇਤਾਂ ਦੇ ਵਿੱਚ ਆ ਕੇ ਕਿਸਾਨਾਂ ਨੂੰ ਉਸ ਪੱਖੋਂ ਸਿੱਖਿਅਤ ਕਰਨ ਦੀ ਲੋੜ ਸੀ, ਇੰਟੈਗਰੇਟਡ ਪੈਸਟ ਮੈਨੇਜਮੈਂਟ ਵਾਲੇ ਪੱਖੋਂ। ਜਿਵੇਂ ਮੈਂ ਕਹਾਂ ਕਿ ਇੱਕ ਕੀੜਾ ਪੈਰਾਸਾਈਟ ਆ, ਪਰਜੀਵੀ ਕੀੜਾ, ਉਹਦਾ ਨਾਂ ਹੈਗਾ ਟ੍ਰਾਈਕੋਗਰਾਮਾ ਜੀ। ਟ੍ਰਾਈਕੋਗਰਾਮਾ, ਜਿਵੇਂ ਕੀੜੀ ਨਹੀਂ ਹੁੰਦੀ ਆਪਣੀ ਜੀ, ਕੀੜੀ ਦੇ ਖੰਭ ਲੱਗੇ ਹੋਣ, ਏਡਾ ਕੁ ਕੀੜਾ ਹੁੰਦਾ ਖੰਭਾਂ ਵਾਲਾ। ਉਹ ਕੀ ਕਰਦਾ? ਸੁੰਡੀਆਂ ਦੇ ਆਂਡਿਆਂ 'ਚ ਆਂਡੇ ਦਿੰਦਾ। ਅੱਛਾ ਜੀ। ਤੇ ਆਪ ਦਾ ਬੱਚਾ ਸੁੰਡੀ ਦੇ ਆਂਡੇ 'ਚ ਪਾਲਦਾ, ਉਹਦਾ ਬੱਚਾ ਸੁੰਡੀ ਦੇ ਆਂਡੇ ਨੂੰ ਵਿੱਚ ਖਾ ਕੇ ਖਤਮ ਕਰ ਦਿੰਦਾ। ਠੀਕ ਹੈ, ਤਾਂ ਇਹ ਜਿਹੜੇ ਟ੍ਰਾਈਕੋਗਰਾਮਾ ਕਾਰਡ ਆ, ਇਹ ਨਾ ਯੂਨੀਵਰਸਿਟੀ ਦੇ ਵਿੱਚ ਬਣਾਏ ਜਾਂਦੇ ਆ। ਟ੍ਰਾਈਕੋਗਰਾਮਾ ਦੇ ਜਿਹੜੇ ਆਂਡੇ ਆ, ਉਹ ਯੂਨੀਵਰਸਿਟੀ ਦੇ ਵਿੱਚ ਇਸ ਕੀੜੇ ਤੋਂ ਪੈਦਾ ਕਰਵਾ ਕੇ ਛੋਟੇ ਕਾਰਡਾਂ ਦੇ ਉੱਤੇ ਚਿਪਕਾ ਕੇ, ਤੇ ਉਹਨਾਂ ਨੂੰ ਟ੍ਰਾਈਕੋਗਰਾਮਾ ਕਾਰਡ ਕਹਿ ਕੇ ਕਿਹਾ ਜਾਂਦਾ, ਉਹ ਅੱਗੇ ਖੇਤਾਂ ਦੇ ਵਿੱਚ ਫਸਲ ਦੇ ਉੱਤੇ ਲਾਉਣੇ ਹੁੰਦੇ ਆ ਜੀ। ਜਿਵੇਂ ਗੰਨੇ ਦੇ ਵਿੱਚ ਇਹਦੀ ਸਿਫਾਰਿਸ਼ ਆ, ਮੱਕੀ ਦੇ ਵਿੱਚ ਵੀ ਹੈਗੀ ਆ, ਪਰ ਉਹ ਕੀੜਾ ਤਾਂ ਹਰ ਥਾਂ ਤੇ ਆ ਰਹੀ ਆ, ਸੁੰਡੀ ਤਾਂ ਜਿਹੜੀ ਵੀ ਹੈਗੀ ਆ। ਠੀਕ ਹੈ, ਤਾਂ ਉਹ 4 ਕਾਰਡ ਮੇਰਾ ਖਿਆਲ ਇੱਕ ਖੇਤ 'ਚ ਲੱਗਦੇ ਹੁੰਦੇ ਆ, ਤੇ 40 ਰੁਪਏ ਦਾ ਉਹ ਕਾਰਡ ਹੁੰਦਾ। ਤੇ ਜੇ ਸਾਡੇ ਖੇਤੀ ਅਦਾਰੇ ਕੁਝ ਸਬਕ ਲੈ ਕੇ ਚੱਲੇ ਹੋਣ ਤਾਂ ਦੂਰ ਦੀ ਸੋਚਣ ਵੀ ਆਏ ਤੋਂ ਤਾਂ ਮੈਨੂੰ ਵੀ ਪਤਾ ਲੱਗ ਗਿਆ, ਤੁਹਾਨੂੰ ਵੀ ਪਤਾ ਲੱਗ ਗਿਆ, ਕਿਸਾਨ ਨੂੰ ਵੀ ਪਤਾ ਲੱਗ ਗਿਆ, ਮੈਨੂੰ ਵੀ ਪਤਾ ਲੱਗ ਗਿਆ, ਤੇ ਪਰ ਜਿਹੜੇ ਵਿਗਿਆਨੀ ਆ ਉਹਨਾਂ ਨੂੰ ਤਾਂ ਦੂਰ ਦਾ ਦਿਖਣਾ ਚਾਹੀਦਾ ਨਾ ਵੀ ਕੀ ਹੋ ਸਕਦਾ ਜੀ, ਤਾਂ ਉਸ ਹਿਸਾਬ ਨਾਲ ਤਿਆਰੀ ਕਰਨੀ ਚਾਹੀਦੀ ਆ। ਇਹਨਾਂ ਦੀ ਕੋਈ ਤਿਆਰੀ ਨਹੀਂ ਸੀ। ਕਿਸਾਨਾਂ ਨੂੰ ਟ੍ਰਾਈਕੋਗਰਾਮਾ ਕਾਰਡ ਵੰਡੇ ਹੁੰਦੇ ਤੇ ਉਹ ਖੇਤਾਂ 'ਚ ਸਮੇਂ ਸਿਰ ਲੱਗੇ ਹੁੰਦੇ, ਤਾਂ ਟ੍ਰਾਈਕੋਗਰਾਮਾ ਦੇ ਜਿਹੜੇ ਆਂਡਿਆਂ 'ਚੋਂ ਜਿਹੜੇ ਬੱਚੇ ਉਹਦੇ ਜਿਹੜੇ ਉਹ ਨਿਕਲਣੇ ਸੀਗੇ ਆਪਣੇ
ਟ੍ਰਾਈਕੋਗ੍ਰਾਮਾਸ, ਉਹਨਾਂ ਨੇ ਅੱਗੇ ਜਾ ਕੇ ਆਂਡੇ ਕਿਹਦੇ ਚ ਦੇਣੇ ਸੀ? ਸੁੰਡੀਆਂ ਦੇ ਆਂਡਿਆਂ ਚ। ਤਾਂ ਉਹਦੇ ਨਾਲ ਸੁੰਡੀਆਂ ਕੰਟਰੋਲ ਹੋਣੀਆਂ। ਇਹ ਚੀਜ਼ਾਂ ਤਾਂ ਫਿਰ ਜੇ ਇਸ ਵਾਰੀ ਹੋਣ ਤਾਂ ਇਸ ਵਾਰੀ ਵੀ ਫਿਰ ਇਹ ਇਸ ਵਾਰੀ ਮੈਂ ਤਾਂ ਕਹਿਣਾ ਵੀ ਜਿੱਥੋਂ ਤੱਕ ਕਿਸਾਨ ਨੇ ਆਪਣੀ ਜ਼ਿੰਮੇਵਾਰੀ ਨਿਭਾਉਣੀ ਆ ਉਹ ਨਿਭਾਵੇ। ਉਹ ਆਪਣੀ ਖੇਤੀ ਨੂੰ ਥੋੜਾ ਜਿਹਾ ਵਿਉਂਤ ਕੇ ਬੀਜੇ, 4x4 ਫੁੱਟ ਤੇ ਲੈ ਕੇ ਜਾਵੇ। ਠੀਕ ਹੈ, ਇਦੋਂ ਨੇੜੇ ਕਰਨ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ, ਇਦੋਂ ਦੂਰ ਕਰਨਾ ਤਾਂ ਬੇਸ਼ੱਕ ਕਰ ਲਓ। ਠੀਕ ਹੈ, ਤੇ ਕਿਸਾਨ ਤਾਂ ਇਹ ਕੰਮ ਕਰੇ। ਇਹਦੇ ਇਲਾਵਾ ਕਿਸਾਨ ਨੂੰ ਜ਼ਮੀਨ ਦੀ ਤਿਆਰੀ ਕਰਦੇ ਸਮੇਂ ਆਪਣੀ ਜ਼ਮੀਨ ਦੇ ਵਿੱਚ ਇੱਕ ਬੈਨੀਫੀਸ਼ੀਅਲ ਫੰਗਸ ਆ, ਮਾਸਾਹਾਰੀ ਫੰਗਸ ਆ, ਉਹਦਾ ਨਾਮ ਹੈਗਾ ਮੈਟਾਰੀਜ਼ੀਅਮ ਐਨੀਸੋਪਲੀ, ਤੇ ਦੂਜੀ ਦਾ ਨਾਮ ਹੈਗਾ ਬਵੇਰੀਆ ਬੈਸੀਆਨਾ। ਠੀਕ ਹੈ, ਮੈਟਾਰੀਜ਼ੀਅਮ ਐਨੀਸੋਪਲੀ ਆਉਂਦੀ ਆ ਕਾਲੀ ਚੱਕਰ ਦੇ ਨਾਂ ਤੇ ਬਾਜ਼ਾਰ ਦੇ ਵਿੱਚ। ਇੱਕ ਜਿਹੜੀ ਬਵੇਰੀਆ ਬੈਸੀਆਨਾ ਉਹ ਆਉਂਦੀ ਆ ਦਮਨ ਦੇ ਨਾਂ ਤੇ ਬਾਜ਼ਾਰ ਦੇ ਵਿੱਚ, ਇੱਕ ਖਾਸ ਕੰਪਨੀ ਦੀ, ਆਪਾਂ ਕੰਪਨੀ ਦਾ ਨਾਂ ਕਾਹਨੂੰ ਲੈਣਾ ਜੀ। ਠੀਕ ਹੈ, ਤਾਂ ਉਹ ਤੁਸੀਂ ਦੋਨੇ ਦਵਾਈਆਂ 2-2 ਕਿਲੋ ਪ੍ਰਤੀ ਏਕੜ ਪੂਰੀ ਗਲੀ ਸੜੀ ਰੂੜੀ ਦੀ ਖਾਦ ਜਾਂ ਗੰਡੋਇਆ ਦੀ ਖਾਦ ਚ ਮਿਲਾ ਕੇ ਜ਼ਮੀਨ ਤਿਆਰ ਕਰਦੇ ਸਮੇਂ, ਵਾਹਣ ਵਾਹੁੰਦੇ ਸਮੇਂ ਵਿੱਚ ਮਿਕਸ ਕਰ ਦਿਓ ਜੀ। ਠੀਕ ਹੈ, ਰੌਣੀ ਰੂਣੀ ਕਰ ਦਿਓ। ਉਦੋਂ ਬਾਅਦ ਜਾਂ ਰੌਣੀ ਕਰਨ ਤੋਂ ਬਾਅਦ ਜਦੋਂ ਵੱਤਰ ਆਇਆ ਉਦੋਂ ਵਿੱਚ ਮਿਲਾ ਦਿਓ ਉਹਨੂੰ ਜੀ। ਠੀਕ ਹੈ, ਤਾਂ ਐਦਾਂ ਤੁਸੀਂ ਜਿਹੜਾ ਹੈਗਾ ਆਪਦੇ ਖੇਤ ਦੇ ਵਿੱਚ ਉਹ ਜਿਹੜੀ ਫੰਗਸ ਆ ਉਹ ਪਾਤੀ ਹੈ। ਹੁਣ ਜਿਹੜੇ ਪਿਊਪੇ ਜਾਂ ਲਾਰਵੇ ਵਗੈਰਾ ਨਿਕਲਣਗੇ, ਪਿਊਪੇ ਆ ਉੱਥੇ, ਪਿਊਪਿਆਂ ਨੂੰ ਵੀ ਉਹ ਖਤਮ ਕਰ ਸਕਦੀ ਹੈ, ਲਾਰਵਿਆਂ ਨੂੰ ਵੀ ਖਤਮ ਕਰਦੀ ਹੈ। ਜੇ ਉਹਦੇ ਚਪੇਟ 'ਚ ਪਤੰਗਾ ਆ ਗਿਆ ਤਾਂ ਉਹ ਪਤੰਗਿਆਂ ਨੂੰ ਵੀ ਖਤਮ ਕਰਦੀ ਹੈ, ਬਿਮਾਰ ਕਰਕੇ ਮਾਰ ਦਿੰਦੀ ਹੈ ਇਹ ਫੰਗਸਾਂ। ਖਾਸ ਕਰਕੇ ਲਾਰਵਲ ਸਟੇਜ ਤੇ ਤਾਂ ਬਹੁਤ ਹੀ ਜ਼ਬਰਦਸਤ ਇਹਨਾਂ ਦੇ ਰਿਜ਼ਲਟ ਆ। ਤਾਂ ਯੂਨੀਵਰਸਿਟੀਆਂ ਸਾਡੀਆਂ ਇਸ ਤਰ੍ਹਾਂ ਦੇ ਜਿਹੜੇ ਮਾਈਕਰੋਬੀਅਲ ਕੰਟਰੋਲ ਹੈਗੇ ਆ ਉਹ ਕਿਉਂ ਨਹੀਂ ਡਿਵੈਲਪ ਕਰਕੇ ਕਿਸਾਨਾਂ ਨੂੰ ਦਿੰਦੀਆਂ? ਇਹ ਜਿਹੜੇ ਕੰਟਰੋਲ ਹੈਗੇ ਆ ਇਹ ਬਾਜ਼ਾਰ ਦੇ ਵਿੱਚੋਂ ਕਿਸਾਨਾਂ ਨੂੰ ਜਦੋਂ ਉਹ ਲੈਂਦੇ ਆ ਤਾਂ ਉਹਨਾਂ ਨੂੰ ਥੋੜੇ ਜਿਹੇ ਮਹਿੰਗੇ ਪੈਂਦੇ ਆ, ਤੇ ਯੂਨੀਵਰਸਿਟੀਆਂ ਸਰਕਾਰੀ ਪੱਧਰ ਤੇ ਇਹਨੂੰ ਤਿਆਰ ਕਰਕੇ ਤੇ ਕਿਸਾਨਾਂ ਨੂੰ ਸਸਤੇ 'ਚ ਉਪਲਬਧ ਕਰਾ ਸਕਦੀਆਂ, ਤੇ ਕਿਸਾਨਾਂ ਨੂੰ ਇਹਨਾਂ ਨੂੰ ਬਣਾਉਣ ਦੀ ਟ੍ਰੇਨਿੰਗ ਵੀ ਦੇ ਸਕਦੀਆਂ। ਕਿਸਾਨ ਇਹਨਾਂ ਨੂੰ ਘਰੇ ਬਣਾ ਸਕਦੇ ਆ। ਅੱਛਾ ਜੀ। ਇੱਕ ਬੈਨੀਫੀਸ਼ੀਅਲ ਬੈਕਟੀਰੀਆ ਹੈਗਾ, ਕਲਚਰ ਹੈ, ਬੈਕਟੀਰੀਅਲ ਕਲਚਰ ਉਹਨੂੰ ਕਹਿੰਦੇ ਆ ਮਾਈਕੋਰਾਈਜ਼ਾ ਜੀ। ਮਾਈਕੋਰਾਈਜ਼ਾ ਤੁਸੀਂ ਖੇਤ ਦੇ ਵਿੱਚ ਕਿਵੇਂ ਬਣਾ ਸਕਦੇ ਹੋ ਉਹ ਮੇਰੇ YouTube ਚੈਨਲ ਤੇ ਮੈਂ ਦੱਸਿਆ ਹੋਇਆ। ਅੱਛਾ ਜੀ। ਠੀਕ ਹੈ, ਥੋੜੇ ਜਿਹੇ ਪੈਸੇ ਖਰਚ ਕਰਕੇ ਨਾ 500-700 ਰੁਪਇਆ 800 ਰੁਪਇਆ ਖਰਚ ਕਰਕੇ 20 ਕਿੱਲਿਆਂ ਦਾ ਬਣ ਜਾਂਦਾ। ਅੱਛਾ ਜੀ। ਠੀਕ ਹੈ, ਇਸੇ ਤਰ੍ਹਾਂ ਹੀ ਇਹ ਕਲਚਰ ਵੀ ਬਣ ਸਕਦੇ ਆ। ਕਿਉਂ ਨਹੀਂ ਯੂਨੀਵਰਸਿਟੀਆਂ ਕਿਸਾਨਾਂ ਨੂੰ ਟ੍ਰੇਨ ਕਰਦੀਆਂ? ਜੇ ਟ੍ਰੇਨ ਨਹੀਂ ਕਰਦੇ ਤਾਂ ਆਪ ਬਣਾ ਕੇ ਦਿਓ ਤੇ ਉਹਨਾਂ ਨੂੰ ਜਾਗਰੂਕ ਕਰੋ ਵੀ ਆਹ ਵਰਤੋ, ਉਹ ਨਾ ਵਰਤੋ ਜਿਹੜਾ ਤੁਸੀਂ ਵਰਤਦੇ ਪਏ ਹੋ, ਜਿਹੜੇ ਪੈਸਟੀਸਾਈਡ ਵਰਤਦੇ ਪਏ ਹੋ ਜੀ। ਤਾਂ ਇਹ ਦੋ ਜਿਹੜੀਆਂ ਮੈਂ ਦਵਾਈਆਂ ਦੱਸੀਆਂ ਇਹਨਾਂ ਨੂੰ ਪਾਓ। ਠੀਕ ਹੈ, ਇਹਦੇ ਇਲਾਵਾ ਡਿਪਾਰਟਮੈਂਟ ਆਫ ਐਗਰੀਕਲਚਰ ਦੀ ਪਹੁੰਚ ਇਹ ਹੋਣੀ ਚਾਹੀਦੀ ਆ ਕਿ ਇਸ ਵਾਰ ਥੋਕ ਦੇ ਵਿੱਚ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਪਿਛਲੇ ਸਾਲ 10 ਲੱਖ ਪਲੱਸ ਏਕੜ ਨਰਮਾ ਬੀਜਿਆ ਗਿਆ ਸੀ। ਬਿਲਕੁਲ ਬਿਲਕੁਲ। ਐਤਕੀ ਥੋੜਾ ਬਹੁਤਾ ਘਟੇਗਾ ਜੀ। ਫਿਰ ਵੀ ਜਿਹੜਾ ਡਿਪਾਰਟਮੈਂਟ ਹੈਗਾ ਉਹਨੂੰ ਘੱਟੋ ਘੱਟ 10 ਲੱਖ ਏਕੜ ਦੇ ਹਿਸਾਬ ਨਾਲ ਫੈਰੋਮੋਨ ਟ੍ਰੈਪਸ, ਗੁਲਾਬੀ ਸੁੰਡੀ ਦੇ ਆਉਂਦੇ ਆ, ਤੰਬਾਕੂ ਦੀ ਸੁੰਡੀ ਦੇ ਆਉਂਦੇ ਆ, ਅਮਰੀਕਨ ਸੁੰਡੀ ਦੇ ਆਉਂਦੇ ਆ। ਇਹ ਜਿਹੜੇ ਫੈਰੋਮੋਨ ਟ੍ਰੈਪਸ ਹੈਗੇ ਆ ਉਹ ਪ੍ਰਤੀ ਏਕੜ 12-12, 15-15 ਲੱਗਦੇ ਹੁੰਦੇ ਆ। ਠੀਕ ਹੈ, ਤਾਂ ਇਹ ਤੁਸੀਂ ਖੇਤਾਂ ਦੇ ਵਿੱਚ ਲਾਓ। ਇਹਨਾਂ ਦੀ ਖਾਸੀਅਤ ਕੀ ਹੁੰਦੀ ਆ ਕਿ ਇਹਨਾਂ ਟ੍ਰੈਪਸ ਦੇ ਵਿੱਚ ਨਾ ਇਹਨਾਂ ਦੀ ਬਣਤਰ ਹੁੰਦੀ ਹੈ, ਉੱਤੇ ਕੁੱਪਾ ਜਿਹਾ ਹੁੰਦਾ ਤੇ ਉਹਨੂੰ ਥੱਲੇ ਇੱਕ ਲਿਫਾਫਾ ਜਿਹਾ ਲੱਗਿਆ ਹੁੰਦਾ। ਠੀਕ ਹੈ, ਤੁਸੀਂ ਤਸਵੀਰ ਦੇ ਵਿੱਚ ਦੇਖ ਵੀ ਰਹੇ ਹੋਵੋਗੇ। ਤਾਂ ਉਹਦੇ ਵਿੱਚ ਨਾ ਉੱਪਰ ਇੱਕ ਕੈਪਸੂਲ ਲੱਗਿਆ ਹੁੰਦਾ ਕੁੱਪੇ ਦੀ ਛੱਤ ਤੇ ਜੀ। ਉਹ ਇੱਕ ਫੀਮੇਲ ਹਾਰਮੋਨ ਹੁੰਦਾ। ਜਦੋਂ ਨਰ ਮਾਦਾ ਦਾ ਮੇਲ ਹੋਣਾ ਹੁੰਦਾ ਨਾ ਉਹਨਾਂ ਦਿਨਾਂ 'ਚ ਮਾਦਾ ਇੱਕ ਹਾਰਮੋਨ ਰਿਲੀਜ਼ ਕਰਦੀ ਹੈ ਹਵਾ 'ਚ। ਉਸ ਹਾਰਮੋਨ ਕਰਕੇ ਜਿੱਥੇ ਵੀ ਹੁੰਦਾ ਨਰ ਪਤੰਗਾ ਉਹ ਮਾਦਾ ਵੱਲ ਖਿੱਚਿਆ ਚਲਿਆ ਆਉਂਦਾ। ਤੇ ਉਹ ਕਿੱਥੇ ਲੱਗਿਆ ਹੋਇਆ ਹਾਰਮੋਨ? ਟਰੈਪ ਦੇ ਵਿੱਚ। ਤਾਂ ਉਹ ਟਰੈਪ ਵੱਲ ਖਿੱਚਿਆ ਚਲਾ ਆਉਂਦਾ ਤੇ ਉਹਦੇ ਵਿੱਚ ਇੱਕਦਮ ਵੱਜਦਾ, ਆਨਾ ਹੀ ਹੋਇਆ ਹੁੰਦਾ ਤੇ ਉਹ ਲਿਫਾਫੇ 'ਚ ਡਿੱਗ ਪੈਂਦਾ। ਹੁਣ ਉਹਦਾ ਜਾਦੂ ਇੰਨਾ ਵੀ ਉਹ ਉੱਥੇ ਕੁੱਤੇ ਝਾਕ 'ਚ ਬੈਠਾ ਹੀ ਰਹਿੰਦਾ, ਬਾਹਰ ਨਹੀਂ ਨਿਕਲਦਾ। ਠੀਕ ਹੈ, ਤੇ ਉਹ ਭੁੱਖਾ ਤੇ ਆਇਆ ਉਹਦੇ 'ਚ ਹੀ ਟਰੈਪ ਹੋ ਕੇ ਮਰ ਜਾਂਦਾ। ਉਹਨੂੰ ਐਂ ਲੱਗਦਾ ਅਖੀਰਲੇ ਦਮ ਤੱਕ ਵੀ ਹੁਣ ਵੀ ਮਾਦਾ ਆਈ, ਹੁਣ ਵੀ ਮਾਦਾ ਆਈ। ਤੇ ਹੁਣ ਦੱਸੋ, ਇੱਕ ਮਾਦਾ, ਇੱਕ ਨਰ ਆ ਜਿਹੜਾ 500 ਮਾਦਾ ਨਾਲ ਮੇਲ ਕਰਨ ਦੀ ਕਪੈਸਿਟੀ ਰੱਖਦਾ ਤੇ ਇੱਕ ਮਾਦਾ
50 ਤੋਂ 250 ਆਂਡੇ ਦੇਣ ਦੀ ਕਪੈਸਿਟੀ ਰੱਖਦੀ ਆ। ਜੇ ਤੁਸੀਂ ਇੱਕ ਨਰ ਪਤੰਗਾ ਟਰੈਪ ਕਰ ਲਿਆ ਬਿਲਕੁਲ ਤੇ ਤੁਸੀਂ 500 ਮਾਦਾ ਆਂਡੇ ਦੇਣ ਤੋਂ ਵਿਰਬੀਆਂ ਕਰਦੇ ਆ, ਤਾਂ ਤੁਸੀਂ ਇਸ ਲੈਵਲ ਤੇ ਵੀ ਕੰਟਰੋਲ ਕਰੋ। ਸਮਝ ਰਹੇ ਜੀ। ਤਾਂ ਉਹ ਟਰੈਪ ਕਿਹਨੇ ਉਪਲਬਧ ਕਰਾਉਣੇ ਆ? ਉਹ ਕਰਾਉਣੇ ਆ ਮਹਿਕਮੇ ਨੇ। ਤੇ ਜਿੰਨੇ ਏਰੀਏ 'ਚ ਨਰਮਾ ਲੱਗਿਆ ਸਾਰੇ ਏਰੀਏ 'ਚ ਜੇ ਉਹ ਟਰੈਪ ਲਗਵਾਏਗਾ ਮਹਿਕਮਾ ਤਾਂ ਜਿਹੜੇ ਹੈਗੇ ਆ ਕੀੜੇ ਕੰਟਰੋਲ ਹੋ ਜਾਣਗੇ। ਠੀਕ ਹੈ। ਤੇ ਇਹਦੇ ਇਲਾਵਾ ਜਿਹੜਾ ਐਗਰੀਕਲਚਰ ਯੂਨੀਵਰਸਿਟੀ ਨੂੰ ਕਰਨਾ ਚਾਹੀਦਾ, ਉਹ 10 ਲੱਖ ਏਕੜ ਦੇ ਹਿਸਾਬ ਨਾਲ ਘੱਟੋ ਘੱਟ 30 ਕੁ ਲੱਖ ਦੇ ਆਸੇ-ਪਾਸੇ ਟ੍ਰਾਈਕੋਗਰਾਮਾ ਕਾਰਡ ਬਣਾਵੇ ਤੇ ਉਹਨਾਂ ਨੂੰ ਵੱਡੇ ਪੱਧਰ ਤੇ ਸਰਕੂਲੇਟ ਕਰੇ। ਇਹਨਾਂ ਕੋਲੇ ਐਡੀ ਵੱਡੀ ਪਾਵਰ ਹੈਗੀ ਆ, ਮਾਸ ਹੈਗਾ ਇਹਨਾਂ ਕੋਲੇ ਖੇਤਾਂ 'ਚ ਜਾਣ ਵਾਸਤੇ। ਹਰ ਜ਼ਿਲ੍ਹੇ 'ਚ ਕ੍ਰਿਸ਼ੀ ਵਿਗਿਆਨ ਕੇਂਦਰ ਆ, ਬਲਾਕ ਪੱਧਰ ਤੇ ਬੈਠੇ ਆ, ਜ਼ਿਲ੍ਹਾ ਪੱਧਰ ਤੇ ਬੈਠੇ ਆ, ਤੇ ਇਹਨਾਂ ਕੋਲੇ ਯੂਨੀਵਰਸਿਟੀਆਂ ਦੇ ਵਿੱਚ ਸਟੂਡੈਂਟਸ ਵੀ ਹੈਗੇ ਆ, ਇੰਟਰਨਸ ਵੀ ਹੈਗੇ ਆ। ਉਹਨਾਂ ਦੀਆਂ ਸੇਵਾਵਾਂ ਲਈਆਂ ਜਾਣ, ਉਹਨਾਂ ਨੂੰ ਲਾਓ ਕੰਮ ਤੇ। ਇੱਥੇ ਇੱਕ ਚੀਜ਼ ਹੋਰ ਸਵਾਲ ਖੜਾ ਹੁੰਦਾ ਕਿ ਜਿਵੇਂ ਜਦੋਂ ਜਿਹੜੇ ਟਿੰਡੇ ਨੂੰ ਵੱਧ ਵਿੱਚ ਦੇਖਦੇ ਆ, ਫੁੱਟਣ ਤੋਂ ਪਹਿਲਾਂ ਤਾਂ ਟਿੰਡਾ ਦੇਖਦੇ ਆ। ਪਿਛਲੀ ਵਾਰ ਦੀ ਗੱਲ ਜੇਕਰ ਮੈਂ ਕਰਾਂ ਤਾਂ ਜਦੋਂ ਟਿੰਡੇ ਨੂੰ ਖੋਲਦੇ ਟਿੰਡਾ ਖੋਖਲਾ, ਟਿੰਡੇ ਨੂੰ ਦੇਖਦੇ ਦੇ ਵਿੱਚ ਪਾੜ ਕੇ ਤਾਂ ਟਿੰਡਾ ਖੋਖਲਾ, ਤਾਂ ਪਹਿਲਾਂ ਕਿਵੇਂ ਪਤਾ ਲੱਗ ਸਕਦਾ ਦਵੜੀ ਖਾਨਾ ਸਾਹਿਬ? ਕੋਈ ਇਹੋ ਜਿਹਾ ਤਰੀਕਾ ਹੈ ਕਿ ਪਹਿਲਾਂ ਪਤਾ ਲੱਗ ਸਕਦਾ? ਦੇਖੋ, ਮੈਂ ਉਹ ਕਹਿ ਰਿਹਾ ਕਿ ਜਿਹੜੇ ਟਿੰਡੇ ਦੇ ਵਿੱਚ ਜਿਹੜੀ ਸੁੰਡੀ ਆ ਜੀ, ਉਹ ਨਿਕਲੂ ਤਾਂ ਆਂਡੇ ਚੋਂ ਹੀ ਜੀ, ਆਂਡੇ ਚੋਂ ਨਿਕਲ ਕੇ ਉਹਨੇ ਵਿੱਚ ਵੜਨਾ ਜੀ। ਠੀਕ ਹੈ ਜੀ। ਤਾਂ ਤੁਸੀਂ ਆਂਡੇ ਨੂੰ ਕੰਟਰੋਲ ਕਰੋ ਜੀ। ਤੁਹਾਡੇ ਖੇਤ 'ਚ ਸੁੰਡੀਆਂ ਦਾ ਜੀਵਨ ਚੱਕਰ ਆ, ਕਿਸਾਨ ਨੂੰ ਸਮਝਣਾ ਚਾਹੀਦਾ। ਪਹਿਲੀ ਸਟੇਜ ਆ ਪਤੰਗਾ, ਦੂਜੀ ਆਂਡਾ, ਤੀਜੀ ਲਾਰਵਾ ਤੇ ਚੌਥੀ ਪਿਊਪਾ, ਕੈਪਸੂਲ ਜਿਹਾ ਬਣ ਜਾਂਦਾ। ਤਾਂ ਇਹਨਾਂ ਚਾਰਾਂ ਦੇ ਵਿੱਚੋਂ 2 ਸਟੇਜਾਂ ਜਿਹੜੀਆਂ ਮੋਬਾਈਲ ਆ, ਹੈ ਲਾਰਵਾ ਤੇ ਪਤੰਗਾ ਇੱਕ ਥਾਂ ਤੋਂ ਦੂਜੀ ਥਾਂ ਆ ਜਾ ਸਕਦੇ ਆ, ਪਰ ਆਂਡਾ ਤੇ ਪਿਊਪਾ ਉਹ ਜਿੱਥੇ ਹੈਗੇ ਆ ਉਹ ਉੱਥੇ ਹੀ ਰਹਿਣਗੇ। ਠੀਕ ਹੈ। ਹੁਣ ਕਰ ਕੀ ਸਕਦਾ ਬੰਦਾ? ਕਰਨਾ ਕੀ ਚਾਹੀਦਾ? ਇਹ ਜੀਵਨ ਚੱਕਰ ਆ ਕੀੜੇ ਦਾ, ਸੁੰਡੀ ਦਾ। ਇਸ ਜੀਵਨ ਚੱਕਰ ਨੂੰ ਤੋੜੋ। ਜੀਵਨ ਚੱਕਰ ਨੂੰ ਤੋੜਨਾ ਹੈ ਤਾਂ ਉਹਦੇ ਲਈ ਕੁਦਰਤ ਦੀ ਇੱਕ ਬੜੀ ਸੋਹਣੀ ਵਿਵਸਥਾ। ਕੁਦਰਤ ਦੇ ਵਿੱਚ ਪਤੰਗੇ ਵਾਲੀ ਸਟੇਜ ਤੇ ਵੀ ਕੰਟਰੋਲ ਹੈਗਾ ਜੀ। ਹੈਲੀਕਾਪਟਰ ਦੇ ਜਾਣਦੇ ਆਪਾਂ, ਡਰੈਗਨ ਫਲਾਈ, ਉਹ ਹਵਾ 'ਚ ਉੱਡੇ ਜਾਂਦੇ ਪਤੰਗਿਆਂ ਨੂੰ ਫੜ ਕੇ ਖਾ ਜਾਂਦਾ ਜੀ। ਉਹ ਐਂ ਤੁਰਿਆ ਜਾਂਦਾ, ਐਂ ਜੇ ਕਰਦਾ ਹੁੰਦਾ ਨਾ, ਬਿਲਕੁਲ ਉਹ ਉਦੋਂ ਕਿਸੇ ਨੂੰ ਫੜ ਕੇ ਖਾ ਰਿਹਾ ਹੁੰਦਾ, ਅਟੈਕ ਕਰਦਾ ਜੀ। ਠੀਕ ਹੈ। ਇਹਦੇ ਇਲਾਵਾ ਹੱਥ ਜੋੜਾ ਰੱਬ ਦਾ ਘੋੜਾ, ਇਹ ਇੱਕ ਕੀੜਾ, ਉਹ ਵੀ ਪਤੰਗਿਆਂ ਨੂੰ, ਜਿਹੜਾ ਵੀ ਉਹਦੇ ਧੱਕੇ ਚੜ ਗਿਆ, ਉਹਦੀ ਧੌਣ ਚਾਰੇ ਪਾਸੇ ਘੁੰਮਦੀ ਹੈ, ਉਹਨੂੰ ਫੜ ਕੇ ਖਾ ਜਾਂਦਾ। ਠੀਕ ਹੈ। ਸੁੰਡੀਆਂ ਨੂੰ ਵੀ ਖਾਂਦਾ। ਠੀਕ ਹੈ। ਤਾਂ ਇਹਦੇ ਇਲਾਵਾ ਜਿਹੜੇ ਪੰਛੀ ਹੈਗੇ ਆ ਉਹ ਖਾਂਦੇ ਆ। ਠੀਕ ਹੈ। ਤੇ ਜਿਹੜੀ ਮੈਂ 2 ਫੰਗਸਾਂ ਦੱਸੀਆਂ, ਉਹ ਪਤੰਗਿਆਂ ਤੇ ਵੀ ਆਪਦਾ ਅਸਰ ਪਾਉਂਦੀਆਂ, ਪਤੰਗਿਆਂ ਨੂੰ ਬਿਮਾਰ ਕਰਕੇ ਮਾਰਦੀਆਂ। ਠੀਕ ਹੈ। ਤਾਂ ਪਤੰਗੇ ਵਾਲੇ ਸਿਸਟਮ ਤੇ ਕੰਟਰੋਲ ਕਰੋ। ਤੇ ਪਤੰਗੇ ਇੱਕ ਤਾਂ ਕੁਦਰਤ ਇਦਾਂ ਕਰਦੀ ਪਈ ਆ, ਤੁਸੀਂ ਟਰੈਪ ਲਾਤਾ, ਉਹਦੇ ਨਾਲ ਵੀ ਪਤੰਗੇ ਕੰਟਰੋਲ ਹੋਣੇ ਆ। ਤਾਂ ਜਦੋਂ ਨਰ ਪਤੰਗੇ ਕੰਟਰੋਲ ਹੋ ਗਏ ਤਾਂ ਇਹਦਾ ਮਤਲਬ ਆਂਡੇ ਘਟ ਜਾਣਗੇ। ਬਿਲਕੁਲ ਬਿਲਕੁਲ। ਤਾਂ ਤੁਸੀਂ ਆਂਡੇ ਘਟਾਤੇ। ਜਿਹੜੇ ਆਂਡੇ ਆਏ ਹੈਗੇ ਆ ਉਹਨਾਂ ਆਂਡਿਆਂ ਨੂੰ ਤੁਸੀਂ ਟ੍ਰਾਈਕੋਗਰਾਮਾ ਨਾਲ ਕੰਟਰੋਲ ਕਰੋ। ਠੀਕ ਹੈ। ਕਲੀਅਰ ਜੀ। ਤਾਂ ਆਂਡੇ ਜਦੋਂ ਖਤਮ ਹੋ ਗਏ ਸੁੰਡੀ ਨਿਕਲੂ ਜੀ ਨਹੀਂ। ਜੇ ਫਿਰ ਵੀ ਥੋੜੀ ਬਹੁਤੀ ਸੁੰਡੀ ਆਉਂਦੀ ਆ ਤਾਂ ਕੁਦਰਤ ਦੇ ਵਿੱਚ ਕੀ ਵਿਵਸਥਾ, ਜਿਵੇਂ ਆਂਡੇ 'ਚ ਆਂਡਾ ਦੇ ਕੇ ਕੀੜੇ ਨੂੰ ਮਾਰਨ ਵਾਲੀ ਵਿਵਸਥਾ ਹੈਗੀ ਆ, ਉਵੇਂ ਸੁੰਡੀਆਂ ਦੇ ਸਰੀਰ 'ਚ ਆਂਡੇ ਦੇ ਕੇ ਜੀ ਸੁੰਡੀਆਂ ਨੂੰ ਖਤਮ ਕਰਨ ਵਾਲਾ ਵੀ ਪੈਰਾਸਾਈਟ ਹੈਗੇ ਆ। ਜਿਵੇਂ ਬ੍ਰੈਕਨ ਨਾਂ ਦੀ ਇੱਕ ਮੱਖੀ ਹੈ, ਪੁਰਾਣੀ ਲੱਕੜ, ਪੁਰਾਣੇ ਬਾਂਸ ਦੇ ਵਿੱਚ ਰਹਿੰਦੀ ਆ ਖੇਤਾਂ ਦੇ ਵਿੱਚ। ਠੀਕ ਹੈ। ਤਾਂ ਉਹ ਕੀ ਕਰਦੀ ਆ, ਸੁੰਡੀਆਂ ਦੇ ਸਰੀਰ 'ਚ ਆਂਡੇ ਦੇ ਕੇ ਆਪਦੇ ਬੱਚੇ ਪਾਲਦੀ ਆ, ਤੇ ਇੱਕ ਸੁੰਡੀ ਦੇ ਸਰੀਰ 'ਚ ਸੈਂਕੜੇ ਆਂਡੇ ਦੇ ਦਿੰਦੀ ਆ। ਤਸਵੀਰਾਂ ਤੁਹਾਨੂੰ ਮੈਂ ਉਪਲਬਧ ਕਰਾ ਦੂੰਗਾ ਜੇ ਤੁਸੀਂ ਇਹਦੇ 'ਚ ਦਿਖਾ ਸਕੋ ਤਾਂ ਉਹ ਪਤਾ ਲੱਗਦਾ ਵੀ ਸੁੰਡੀ ਤਾਂ ਕਿਸੇ ਹੋਰ ਦੇ ਬੱਚਿਆਂ ਨੇ ਵਿੰਨੀ ਪਈ ਆ, ਉਹਨੂੰ ਖਾ ਕੇ ਉਹ ਬਾਹਰ ਆ ਰਹੇ ਆ ਉਹਦੇ ਵਿੱਚੋਂ ਦੋਨੇ ਪਾਸਿਆਂ ਤੋਂ। ਇਹਦੇ ਇਲਾਵਾ ਇੱਕ ਮੱਝ ਵਾਲੀ ਮੱਖ ਹੁੰਦੀ ਆ, ਉਹ ਵੀ ਸੁੰਡੀਆਂ ਦੇ ਸਰੀਰ 'ਚ ਆਪਦਾ ਅੰਡਾ ਦਿੰਦੀ ਆ। ਅੱਛਾ ਜੀ। ਤੇ ਉਹਦਾ ਬੱਚਾ ਸੁੰਡੀ ਨੂੰ ਅੰਦਰੇ ਅੰਦਰ ਖਾ ਕੇ ਪਤੰਗਾ ਬਣ ਕੇ ਬਾਹਰ ਨਿਕਲਦਾ ਬਾਅਦ 'ਚ। ਠੀਕ ਹੈ। ਤੁਸੀਂ ਸੁੰਡੀ ਵਾਲੇ ਸਿਸਟਮ ਤੇ ਵੀ ਕੁਦਰਤ ਦਾ ਕੰਟਰੋਲ ਹੈ। ਸੁੰਡੀ ਤੋਂ ਕੋਈ ਬਚ ਗਿਆ ਤਾਂ ਉਹ ਪਿਊਪਾ ਬਣੂਗਾ ਜੀ। ਤੇ ਕੁਦਰਤ ਦੇ ਵਿੱਚ ਪਿਊਪੇ ਵਾਲੇ ਸਟੇਜ ਤੇ ਵੀ ਪੈਰਾਸਾਈਟ ਕੰਮ ਕਰਦੇ ਆ ਜੀ। ਪਿਊਪੇ ਵਾਲੀ ਸਟੇਜ ਤੇ ਸੁੰਡੀ ਆਪਣੇ ਆਪ ਨੂੰ ਇੱਕ ਖੋਲ 'ਚ ਲਪੇਟ ਕੇ ਸਮਾਧੀ 'ਚ ਚਲੀ ਜਾਂਦੀ ਹੈ, ਤੇ ਉਹਦੇ ਖੋਲ ਦੇ ਵਿੱਚ ਆਂਡਾ ਦੇ ਕੇ ਜਿਹਨੇ ਹੁਣ ਪਤੰਗਾ ਬਣ ਕੇ ਨਿਕਲਣਾ ਸੀ ਸੁੰਡੀ ਨੇ ਖੋਲ 'ਚੋਂ, ਤਾਂ ਪਤੰਗਾ ਬਣੂ ਤਾਂ ਜੇ ਉਹ ਉੱਥੇ ਬਚੂ ਉਹਦੇ ਅੰਦਰ, ਤਾਂ ਉਹਨੂੰ ਖਾ ਕੇ ਖਤਮ ਕਰਨ ਵਾਲੇ ਕੀੜੇ। ਤਾਂ
ਇਹ ਸਾਰਾ ਕੁਝ ਕਿਸਾਨਾਂ ਨੂੰ ਯੂਨੀਵਰਸਿਟੀ ਕਿਉਂ ਨਹੀਂ ਦੱਸਦੀ, ਖੇਤੀਬਾੜੀ ਮਹਿਕਮਾ ਕਿਉਂ ਨਹੀਂ ਦੱਸਦਾ, ਕਿਉਂ ਕਿਸਾਨਾਂ ਨੂੰ ਕਿਹਾ ਜਾਂਦਾ ਆਹ ਛਿੜਕਲਾ ਆਹ ਛਿੜਕਲਾ? ਕੀ ਇਹ ਕਾਰਪੋਰੇਟ ਜਗਤ ਨੂੰ ਫਾਇਦਾ ਪਹੁੰਚਾਉਣ ਵਾਸਤੇ ਇਹ ਜ਼ਹਿਰਾਂ ਬਖਵਾਉਣ ਦਾ ਕੰਮ ਦਿੱਤਾ ਹੋਇਆ ਸੀ ਯੂਨੀਵਰਸਿਟੀ ਨੂੰ ਤੇ ਡਿਪਾਰਟਮੈਂਟ ਨੂੰ? ਆਹ ਜਿਹੜੇ ਨੈਚੁਰਲ ਕੰਟਰੋਲਸ ਹੈਗੇ ਆ ਇਹ ਕਿਉਂ ਨਹੀਂ ਦੱਸੇ ਜਾਂਦੇ, ਤੇ ਕਿਸਾਨ ਨੂੰ ਇਹਨਾਂ ਬਾਰੇ ਜਾਣਕਾਰੀ ਕਿਉਂ ਨਹੀਂ ਹੈਗੀ? ਕਿਸਾਨ ਇਹਨਾਂ ਬਾਰੇ ਜਾਣਕਾਰੀ ਹਾਸਲ ਕਿਉਂ ਨਹੀਂ ਕਰਦਾ? ਹਰਿਆਣੇ ਦੇ ਵਿੱਚ ਇੱਕ ਡਾਕਟਰ ਹੋਇਆ, ADO ਸੀਗੇ ਡਾਕਟਰ ਸੁਰਿੰਦਰ ਦਲਾਲ ਜੀ। ਉਹਨਾਂ ਨੇ ਜਿਹੜਾ ਹੈਗਾ ਹਰਿਆਣੇ ਦੇ ਵਿੱਚ ਕਿਸਾਨਾਂ ਨੂੰ ਇੰਨਾ ਜ਼ਿਆਦਾ ਸਿੱਖਿਅਤ ਕੀਤਾ ਆਪਣੇ ਡਿਪਾਰਟਮੈਂਟ ਤੋਂ ਬਾਹਰ ਜਾ ਕੇ, ਖਿਲਾਫ ਜਾ ਕੇ, ਕਿ ਉਹਨਾਂ ਦੀ ਸਿੱਖਿਆ ਦੇ ਕਰਕੇ ਖੇਤਾਂ ਦੇ ਵਿੱਚ ਜਾ ਕੇ ਫੀਲਡ ਸਕੂਲ ਲਾ ਕੇ ਕਿਸਾਨਾਂ ਦੀਆਂ ਕਲਾਸਾਂ ਲਾ ਕੇ ਉਹਨਾਂ ਨੇ ਕਿਸਾਨਾਂ ਨੂੰ 100 ਕੀੜਿਆਂ ਦੀ ਪਹਿਚਾਣ ਕਰਾਤੀ। ਤੇ ਉਹ ਕਿਸਾਨ ਜਾਣਦੇ ਆ, ਪੰਜਾਬ ਦੇ ਕਿਸਾਨਾਂ ਨੂੰ ਭਾਵੇਂ ਨਾ ਪਤਾ ਹੋਵੇ, ਹਰਿਆਣੇ ਦੇ ਕਿਸਾਨ ਜਾਣਦੇ ਆ ਜੀਂਦ ਏਰੀਏ ਦੇ ਵਿੱਚ ਕਿ ਥ੍ਰੈਸ਼ਹੋਲਡ ਲੈਵਲ ਕੀ ਹੁੰਦਾ। ਠੀਕ ਹੈ, ਇੱਕ ਲੈਵਲ ਹੁੰਦਾ ਵੀ ਜਿੱਥੋਂ ਜੇ ਪਾਰ ਹੋ ਗਿਆ ਤਾਂ ਕੰਮ ਖਰਾਬ ਆ, ਤੇ ਜੇ ਥੱਲੇ ਰਹਿ ਗਿਆ ਤਾਂ ਕੋਈ ਟੈਨਸ਼ਨ ਨਹੀਂ। ਠੀਕ ਹੈ, ਤਾਂ ਉਹ ਕਿਸਾਨ ਜਿਹੜੇ ਹੈਗੇ ਆ ਕੀੜਿਆਂ ਦਾ ਥ੍ਰੈਸ਼ਹੋਲਡ ਲੈਵਲ ਸਮਝਦੇ ਆ, ਉਹਨਾਂ ਨੂੰ ਕੀੜਿਆਂ ਦੀ ਪਛਾਣ ਹੈ, ਕਿੰਨੇ ਕੀੜੇ ਪਰ ਪੱਤਾ ਪਰ ਬੂਟਾ ਹੈਗੇ ਆ, ਉਹ ਨੁਕਸਾਨ ਪਹੁੰਚਾਉਣ ਦੀ ਹੱਦ 'ਚ ਹੈਗੇ ਆ ਕਿ ਨਹੀਂ ਹੈਗੇ ਆ। ਇਹ ਸਾਰੀ ਗਿਣਤੀ ਮਿਣਤੀ ਡਾਕਟਰ ਸਾਹਿਬ ਨੇ ਕਿਸਾਨਾਂ ਨੂੰ ਖੇਤਾਂ ਦੇ ਵਿੱਚ ਸਿਖਾਈ ਪ੍ਰੈਕਟੀਕਲੀ ਜੀ। ਤੇ ਉਹ ਕਿਸਾਨ ਜਿਹੜੇ ਹੈਗੇ ਆ ਪੈਸਟੀਸਾਈਡ ਫ੍ਰੀ ਖੇਤੀ ਕਰਦੇ ਆ, ਉਹਨਾਂ ਦੇ ਕਰਕੇ ਜੀਂਦ ਜ਼ਿਲ੍ਹੇ 'ਚ 33% ਖਪਤ ਘਟ ਗਈ ਪੈਸਟੀਸਾਈਡ ਦੀ। ਅੱਜ ਤੋਂ 7 ਸਾਲ ਪਹਿਲਾਂ ਦੀ ਗੱਲ ਕਰਦਾ ਪਿਆ ਮੈਂ। ਤੇ ਜੇ ਉੱਥੋਂ ਦਾ ਇੱਕ ਇਮਾਨਦਾਰ ਡਾਕਟਰ ਕਿਸਾਨਾਂ ਦਾ ਦਰਦ ਲੈ ਕੇ ਕਿਸਾਨਾਂ ਦੇ ਨਾਲ ਖੇਤ 'ਚ ਖੜ ਸਕਦਾ, ਤੇ ਪੰਜਾਬ ਦੇ ਡਾਕਟਰਾਂ ਦੇ ਅੰਦਰ ਜ਼ਮੀਰ ਹੀ ਹੈ ਨਹੀਂ, ਇਹ ਮਰੇ ਹੋਏ ਆ। ਇਹ ਸਿਰਫ ਪੈਸਟੀਸਾਈਡ ਕੰਪਨੀਆਂ ਦਾ ਸਮਾਨ ਵਿਕਾਉਣ ਵਾਸਤੇ ਹੀ ਪੈਦਾ ਹੋਏ ਆ। ਉੱਥੇ ਵੀ ਇੱਕ ਹੀ ਸੀ ਜਿਹੜਾ ਕਿਸਾਨਾਂ ਨਾਲ ਖੜਿਆ ਸੀ, ਤੇ ਪੰਜਾਬ 'ਚ ਇੱਕ ਵੀ ਹੈ ਨਹੀਂ ਜਿਹੜਾ ਖੜ ਜੇ। ਜਾਂਦਾ ਇੱਕ ਆਖਰੀ ਸਵਾਲ ਜ਼ਰੂਰ ਲੈਣਾ ਚਾਹੂੰਗਾ ਕਿ ਸਾਡੇ ਸਰੋਤਿਆਂ ਦੇ ਲਈ ਸੁਨੇਹਾ ਜ਼ਰੂਰ ਲੈਣਾ ਚਾਹੂੰਗਾ, ਜਿਹੜੇ ਕਿਸਾਨ ਭਰਾ ਕਿਸਾਨ ਵੀਰ ਇਸ ਵੇਲੇ ਸਾਨੂੰ ਦੇਖ ਰਹੇ ਆ, ਜਾਂ ਮੈਂ ਉਹ ਆਖਦਾਂਗਾ ਦੇਵਾਂ ਕਿ ਪਿਛਲੀ ਵਾਰੀ ਇਸ ਤਬਾਹੀ ਦੇ ਨਾਲ ਝੁਲਸੇ ਗਏ ਆ, ਉਹਨਾਂ ਦੇ ਲਈ ਆਖਰੀ ਸੁਨੇਹਾ ਕੀ ਰਹੇਗਾ? ਉਹਨਾਂ ਦੇ ਲਈ ਜਿਹੜਾ ਹੈਗਾ ਨਾ, ਸਭ ਤੋਂ ਅਹਿਮ ਸੁਨੇਹਾ ਇਹ ਆ, ਇਕੱਲੇ ਕਿਸਾਨਾਂ ਦੇ ਲਈ ਨਹੀਂ, ਕਿਸਾਨ ਯੂਨੀਅਨਸ ਨੂੰ ਵੀ ਇੱਥੇ ਆਪਣਾ ਜਿਹੜਾ ਹੈਗਾ ਸਟੈਂਡ ਲੈਣਾ ਪਏਗਾ ਜੀ। ਦੇਖੋ, ਇਹ ਜਿਹੜਾ ਡਿਪਾਰਟਮੈਂਟ ਆਫ ਐਗਰੀਕਲਚਰ ਤੇ ਖੇਤੀਬਾੜੀ ਯੂਨੀਵਰਸਿਟੀ ਹੈ, ਇਹਨਾਂ ਦੇ ਉੱਤੇ ਇੰਨਾ ਪ੍ਰੈਸ਼ਰ ਬਣਾਓ, ਇਹਨਾਂ ਦੀ ਕੰਡੀ ਆਪਦੇ ਹੱਥ 'ਚ ਰੱਖੋ, ਇਹਨਾਂ ਦੀ ਲਗਾਮ ਆਪਣੇ ਹੱਥ 'ਚ ਲਾਓ। ਇਹਨਾਂ ਦੀ ਲਗਾਮ ਕਾਰਪੋਰੇਟ ਜਗਤ ਦੇ ਹੱਥ 'ਚ ਹੈ, ਕੰਪਨੀਆਂ ਦੇ ਹੱਥ 'ਚ ਹੈ, ਪੈਸਟੀਸਾਈਡ ਵਾਲੀਆਂ ਦੇ। ਇਹਨਾਂ ਦੀ ਲਗਾਮ ਆਪਣੇ ਹੱਥ 'ਚ ਲਾਓ ਤੇ ਇਹਨਾਂ ਨੂੰ ਫੀਲਡ 'ਚ ਉਤਰਨ ਲਈ ਮਜਬੂਰ ਕਰੋ। ਇਹ ਤਾਂ ਕਮਰਿਆਂ 'ਚ ਬੈਠੇ ਸਾਰਾ ਕੁਝ ਕਰੀ ਜਾਂਦੇ ਆ। ਜਦੋਂ ਗੁਲਾਬੀ ਸੁੰਡੀ ਨਾਲ ਨਰਮਾ ਤਬਾਹ ਹੋ ਰਿਹਾ ਸੀ, ਤੇ ਇਹਨਾਂ ਦੀਆਂ ਸਾਰੀਆਂ ਦੱਸੀਆਂ ਹੋਈਆਂ ਸਪਰੇਆਂ 4-6 ਵਾਰੀ ਕਰ ਲਈਆਂ, ਤੇ ਕਿਸਾਨ ਫਿਰ ਵੀ ਬਰਬਾਦ ਹੋਏ। ਤੇ ਇਹਨਾਂ ਦੀ ਕੋਈ ਜ਼ਿੰਮੇਵਾਰੀ ਫਿਕਸ ਨਹੀਂ ਹੋਣੀ ਚਾਹੀਦੀ ਵੀ ਤੁਸੀਂ ਜੋ ਦੱਸਿਆ ਸੀ ਉਹ ਤਾਂ ਅਸੀਂ ਕਰ ਲਿਆ, ਤੇ ਹੁਣ ਦੱਸੋ ਵੀ ਤੁਹਾਡਾ ਵਿਗਿਆਨ ਕੀ ਕਹਿੰਦਾ ਜੀ। ਠੀਕ ਹੈ, ਤਾਂ ਖੇਤੀਬਾੜੀ ਯੂਨੀਵਰਸਿਟੀ ਦੇ ਉੱਤੇ, ਖੇਤੀਬਾੜੀ ਮਹਿਕਮੇ ਦੇ ਉੱਤੇ, ਖੇਤੀਬਾੜੀ ਮੰਤਰੀ ਦੇ ਉੱਤੇ ਕਿਸਾਨਾਂ ਦਾ ਤੇ ਕਿਸਾਨ ਯੂਨੀਅਨਾਂ ਦਾ ਜ਼ਬਰਦਸਤ ਪ੍ਰੈਸ਼ਰ ਹੋਣਾ ਚਾਹੀਦਾ। ਇਹਨਾਂ ਨੂੰ ਮਜਬੂਰ ਕਰੋ ਕਿ ਜਿਹੜੀਆਂ ਗੱਲਾਂ ਮੈਂ ਕਹੀਆਂ ਇੱਥੇ, ਟਰਾਈਕੋਗ੍ਰਾਮਾ ਕਾਰਡ ਕਿਸਾਨਾਂ ਨੂੰ ਵੱਡੇ ਪੱਧਰ ਤੇ ਅੰਨ੍ਹੇਵਾਹ ਉਪਲਬਧ ਕਰਾਈ ਜਾਣ, ਕਿਸਾਨਾਂ ਨੂੰ ਫੈਰਾਮੋਨ ਟ੍ਰੈਪਸ ਉਪਲਬਧ ਕਰਾਏ ਜਾਣ, ਬੇਸ਼ੱਕ ਉਹਨਾਂ ਦੇ ਪੈਸੇ ਲਓ ਜੀ। ਠੀਕ ਹੈ, ਤੇ ਕਿਸਾਨਾਂ ਨੂੰ ਜਿਹੜੀਆਂ ਹੈਗੀਆਂ ਜਿਹੜੇ ਮਾਈਕਰੋਬੀਅਲ ਕਲਚਰਸ ਹੈਗੇ ਆ, ਜਿਵੇਂ ਕੀੜਿਆਂ ਵਾਲੇ ਹੈਗੇ ਆ, ਜਿਵੇਂ ਮੈਟਾਰੀਜ਼ਮ ਐਨੀਸੋਪਲੀ ਤੇ ਬਵੇਰੀਆ ਬੈਸੀਆਨਾ ਤੇ ਰਸ ਚੂਸਕ ਕੀੜਿਆਂ ਲਈ ਵੀ ਇੱਕ ਆਉਂਦਾ, ਉਹ ਸਾਰੇ ਕਿਸਾਨਾਂ ਨੂੰ ਉਪਲਬਧ ਕਰਾਵੇ ਯੂਨੀਵਰਸਿਟੀ, ਜਾਂ ਕਿਸਾਨਾਂ ਨੂੰ ਬਣਾਉਣੇ ਸਿਖਾਵੇ। ਇਹ 35 ਤਰ੍ਹਾਂ ਦੀਆਂ ਟ੍ਰੇਨਿੰਗਾਂ ਲਾਉਂਦੇ ਆ, ਮੱਖੀ ਪਾਲਣ ਦੀ ਲਾ ਲਈ, ਮੱਛੀ ਪਾਲਣ ਦੀ ਲਾ ਲਈ, ਆਹ ਟ੍ਰੇਨਿੰਗ ਉਹ ਟ੍ਰੇਨਿੰਗ ਫੀਲਡ ਸਕੂਲ ਵੀ ਲਾਉਂਦੇ ਆ। ਤੇ ਮਾਈਕਰੋਬੀਅਲ ਕਲਚਰ ਬਣਾਉਣ ਦੀ ਟ੍ਰੇਨਿੰਗ ਕਿਉਂ ਨਹੀਂ ਲਾਉਂਦੇ? ਕਿਉਂਕਿ ਜੇ ਇਹ ਟ੍ਰੇਨਿੰਗ ਲਾਤੀ ਤਾਂ ਜਿੱਥੋਂ ਮੋਟਾ ਕਮਿਸ਼ਨ ਮਿਲਦਾ ਉਹ ਮਿਲਣਾ ਘਟ ਜਾਊਗਾ, ਕਿਉਂਕਿ ਕਿਸਾਨ ਉੱਥੇ ਖਰੀਦਣ ਜਾਣਗੇ ਨਹੀਂ। ਤਾਂ ਇਹ ਟ੍ਰੇਨਿੰਗਾਂ ਲਾਓ ਜੀ, ਕਿਸਾਨਾਂ ਨੂੰ ਵਿਗਿਆਨਕ ਬਣਾਓ ਜੀ। ਤੁਸੀਂ ਤਾਂ ਕਿਸਾਨਾਂ ਨੂੰ ਸਮਝਦੇ ਹੋ ਵੀ ਇਹ ਤਾਂ ਹੁੰਦੇ ਆ, ਤੇ ਜਿੱਧਰ ਨੂੰ ਤੋਰ ਲਾਂਗੇ ਉਧਰ ਨੂੰ ਤੁਰੇ ਫਿਰਨਗੇ, ਤੇ ਉਹ ਜੋ ਸਮਝਦੇ ਵੀ ਸ਼ਾਇਦ ਸਹੀ ਆ, ਕਿਉਂਕਿ ਹੈ ਤਾਂ ਹੁੰਦੇ ਜੀ, ਕਿਉਂਕਿ ਆਪ ਦਾ ਦਿਮਾਗ ਤਾਂ ਵਰਤਦੇ ਨਹੀਂ। ਜੇ ਮੇਰੇ ਵਰਗਾ ਕੋਈ ਆਪਣੇ YouTube ਚੈਨਲ ਤੋਂ, ਆਪਣੇ Facebook ਪੇਜ ਤੋਂ ਸਹੀ ਜਾਣਕਾਰੀ ਦਿੰਦਾ,
ਉਹਨੂੰ ਤਾਂ ਨਾਲੇ ਗਾਲਾਂ ਕੱਢਦੇ ਆ ਤੇ ਨਾਲੇ ਉਹਦੀ ਵੀਡੀਓ ਘੱਟ ਵੇਖਦੇ ਆ ਹੈ ਵੀ ਸਿੱਖਣ ਨੂੰ ਨਾ ਮਿਲ ਜੇ ਕੁਝ। ਠੀਕ ਹੈ, ਤੇ ਇਸ ਕਰਕੇ ਯੂਨੀਅਨਾਂ ਨੂੰ ਤੇ ਕਿਸਾਨਾਂ ਨੂੰ ਇਹ ਜਿਹੜੇ ਅਦਾਰੇ ਹੈਗੇ ਇਹਨਾਂ ਤੇ ਇੰਨਾ ਪ੍ਰੈਸ਼ਰ ਬਣਾਉਣਾ ਚਾਹੀਦਾ ਕਿ ਇਹ ਅਦਾਰੇ ਉਹ ਕਰਨ ਜੋ ਅਸੀਂ ਚਾਹੁੰਦੇ ਆ ਜੀ, ਉਹ ਨਾ ਕਰਨ ਜੋ ਕੰਪਨੀਆਂ ਚਾਹੁੰਦੀਆਂ। ਠੀਕ ਹੈ, ਟ੍ਰਾਈਕੋਗ੍ਰਾਮਾ ਕਾਰਡ, ਫੈਰੋਮੋਨ ਟ੍ਰੈਪ, ਮਾਈਕਰੋਬੀਅਲ ਕਲਚਰਸ, ਠੀਕ ਹੈ, ਇਹ ਉਪਲਬਧ ਕਰਾਉਣ ਵੱਡੇ ਪੱਧਰ ਤੇ ਜਿਹੜਾ ਖੇਤੀ ਦਾ ਰੀਅਲ ਵਿਗਿਆਨ ਆ ਜੀ ਉਹ ਇਹ ਹੈ, ਇੱਕ ਨਾ ਟਰਮ ਹੈ ਤੇ ਇੱਕ ਤਕਨੀਕ ਹੈ SRI, ਸਿਸਟਮ ਆਫ ਰੂਟ ਇੰਟੈਂਸੀਫਿਕੇਸ਼ਨ। ਉਸ ਤਕਨੀਕ ਤਹਿਤ ਜਿਹੜੀ ਮੈਂ ਗੱਲ ਪਹਿਲਾਂ ਕਹਿ ਕੇ ਹਟਿਆ ਸ਼ੁਰੂ ਦੇ ਵਿੱਚ ਕਿ ਵਿਰਲੀ ਖੇਤੀ ਕਰੋ, ਤਕਨੀਕ ਕਹਿੰਦੀ ਆ ਜਿਹੜਾ ਬੂਟਾ ਜਿੰਨੀ ਜਗ੍ਹਾ ਹਵਾ 'ਚ ਘੇਰਦਾ ਪੂਰਾ ਵੱਡਾ ਹੋਣ ਤੋਂ ਬਾਅਦ ਉਹਨੂੰ ਉਨੀ ਜਗ੍ਹਾ ਜ਼ਮੀਨ 'ਚ ਦੇ ਦਿਓ ਜੀ, ਜ਼ਮੀਨ ਤੇ ਦੇ ਦਿਓ। ਹੁਣ ਨਰਮੇ ਦਾ ਬੂਟਾ 3.5 ਫੁੱਟ ਦਾ ਘੇਰਾ ਕਰਦਾ ਹੀ ਆ ਜੀ, ਬਿਲਕੁਲ ਚਾਰੇ ਪਾਸੇ, ਬਿਲਕੁਲ, ਤੇ ਉਹਨੂੰ ਤੁਸੀਂ ਲਾ ਕਿੱਥੇ ਰਹੇ ਹੋ? 2.25 ਫੁੱਟ ਤੇ। ਠੀਕ ਹੈ, ਜੇ 3.5 ਫੁੱਟ ਤੇ ਬਜਾਈ ਵੀ ਕਰਤੀ ਤਾਂ ਲਾਈਨ ਦੇ ਵਿੱਚ ਸੰਘਣਾ ਜੀ। ਠੀਕ ਹੈ, ਤਾਂ ਉਹਨੂੰ ਤੁਸੀਂ ਉਨੀ ਦੂਰੀ ਦਿਓ ਜਿੰਨੀ ਦੂਰੀ ਉਹ ਖੁੱਲੀ ਡੁੱਲੀ ਮੰਗਦਾ ਜੀ, ਸਿੱਧਾ ਜਾਂ ਫੰਡਾ ਜਿੰਨੀ ਜਗ੍ਹਾ ਹਵਾ 'ਚ ਘੇਰਦਾ ਕੋਈ ਬੂਟਾ ਪੂਰੇ ਚੋਬਣ ਤੇ ਆ ਕੇ ਉਨੀ ਜਗ੍ਹਾ ਉਹਨੂੰ ਜ਼ਮੀਨ ਤੇ ਦੇ ਦਿਓ ਜੀ। ਤਾਂ ਉੱਥੇ ਉਹਦੇ ਨਾਲ ਕੀ ਹੋਏਗਾ, ਇੱਕ ਤਾਂ ਜੜ ਦੀ ਪੂਰਾ ਵਿਕਾਸ ਹੋਏਗਾ, ਸਿਸਟਮ ਆਫ ਰੂਟ ਇੰਟੈਂਸੀਫਿਕੇਸ਼ਨ, ਜੜ ਡੂੰਘੀ ਜਾਵੇ, ਜੜ ਫੈਲੇ ਤੇ ਜੜ ਸੰਘਣੀ ਬਣੇ ਜੀ। ਉਹਦੇ ਨਾਲ ਕੀ ਹੋਏਗਾ, ਪੌਦਾ ਗਰੋਥ ਵਧੀਆ ਕਰੇਗਾ, ਉਹਦਾ ਤਣਾ ਮਜ਼ਬੂਤ ਬਣੇਗਾ ਤੇ ਉਹਦਾ ਫਟਾਰਾ ਜ਼ਿਆਦਾ ਹੋਏਗਾ। ਜਿੰਨੀ ਜੜ ਫੈਲੇਗੀ ਉਨਾ ਹੀ ਫਟਾਰਾ ਹੋਏਗਾ। ਬਿਲਕੁਲ, ਤੇ ਉਹਦੇ ਲਈ ਫਿਰ ਜੇ ਫਟਾਰਾ ਚਾਹੀਦਾ ਤਾਂ ਉਹਦੇ ਲਈ ਜਗ੍ਹਾ ਦਿਓ ਜੀ। ਬਿਲਕੁਲ, ਹੁਣ ਜਦੋਂ ਸੰਘਣੀ ਖੇਤੀ ਕਰਦੇ ਉਹਦਾ ਸਭ ਤੋਂ ਵੱਡਾ ਨੁਕਸਾਨ ਪਤਾ ਕੀ ਹੁੰਦਾ, ਪੌਦੇ ਫੈਲਣ ਦੀ ਬਜਾਏ ਉੱਪਰ ਨੂੰ ਜਾਣ ਲੱਗ ਜਾਂਦੇ ਜੀ। ਉੱਪਰ ਨੂੰ ਜਾਣ ਦਾ ਸਭ ਤੋਂ ਵੱਧ ਨੁਕਸਾਨ ਸਾਨੂੰ ਹੈ, ਕਿਉਂਕਿ ਜਦੋਂ ਪੌਦਾ ਵਧਣੇ ਪੈ ਗਿਆ ਉਹਨੇ ਫਲ ਚੱਕਣ ਦੇ ਵਿੱਚ ਲਿਚਕੜੀਚੀਆਂ ਕਰਨੀਆਂ। ਠੀਕ ਹੈ, ਵੈਜੀਟੇਟਿਵ ਗਰੋਥ ਵਧੂਗੀ ਤਾਂ ਫਲ ਘਟੂਗਾ। ਠੀਕ ਹੈ, ਤਾਂ ਪੌਦੇ ਨੂੰ ਵਧਣ ਦੀ ਲੋੜ ਨਹੀਂ ਹੁੰਦੀ, ਪੌਦੇ ਨੂੰ ਇੱਕ ਸੀਮਤ ਦਾਇਰੇ ਤੱਕ ਹੀ ਉਹਦਾ ਕੱਦ ਰੋਕਣ ਦੀ ਲੋੜ ਹੁੰਦੀ ਹੈ ਤੇ ਉਹਦਾ ਨੈਚੁਰਲ ਕੱਦ ਆ ਜਿਹੜਾ ਉਹ ਸੀਮਤ ਦਾਇਰੇ 'ਚ ਹੀ ਰਹਿੰਦਾ ਹੈ। ਪਰ ਜਦੋਂ ਤੁਸੀਂ ਇਨਨੈਚੁਰਲੀ ਉਹਨੂੰ ਸੰਘਣਾ ਬੀਜ ਦਿੰਦੇ ਆ ਤਾਂ ਉਹ ਫਿਰ ਤਾਂ ਨੂੰ ਜਾਣ ਲੱਗ ਜਾਂਦਾ। ਤਾਂ ਇਹ ਜਿਹੜਾ ਵਿਗਿਆਨ ਆ ਅਸਲ, ਜਿਹੜਾ ਕਿਸਾਨ ਪੱਖੀ ਆ, ਕੁਦਰਤ ਪੱਖੀ ਆ, ਸਮਾਜ ਪੱਖੀ ਆ, ਜਿਹਦੇ ਕਰਕੇ ਖੇਤੀ 'ਚੋਂ ਪੈਸਟੀਸਾਈਡ ਬਾਹਰ ਹੋ ਸਕਦੇ ਆ, ਇਹ ਵਿਗਿਆਨ ਕਿਉਂ ਨਹੀਂ ਲੈ ਕੇ ਜਾਂਦੀ ਯੂਨੀਵਰਸਿਟੀ ਤੇ ਜਿਹੜੇ ਖੇਤੀਬਾੜੀ ਖੇਤੀ ਜਥੇਬੰਦੀਆਂ, ਕਿਸਾਨ ਜਥੇਬੰਦੀਆਂ, ਇਹ ਇਸ ਵਿਗਿਆਨ ਤੋਂ ਇਹ ਵੀ ਵਿਰਵੇ ਆ, ਵਾਂਝੇ ਆ। ਇਹਨਾਂ ਨੂੰ ਵੀ ਇਸ ਵਿਗਿਆਨ ਦੀ ਸਮਝ ਹੋਊਗੀ ਤਾਂ ਹੀ ਮੰਗ ਕਰਨਗੇ ਨਾ ਵੀ ਸਾਨੂੰ ਆਹ ਚਾਹੀਦਾ। ਇਹਨਾਂ ਨੂੰ ਆਪ ਨੂੰ ਖੇਤੀ ਦੀ ਢੇਲੇ ਦੀ ਸਮਝ ਨਹੀਂ ਹੈਗੀ, ਖੇਤੀ ਕਿਸਾਨ ਜਥੇਬੰਦੀਆਂ ਵਾਲਿਆਂ ਨੂੰ। ਤਾਂ ਇਹਨਾਂ ਨੂੰ ਵੀ ਆਪਦੀ ਸਮਝ ਬਣਾਉਣ ਦੀ ਲੋੜ ਹੈ, ਕਿਸਾਨਾਂ ਨੂੰ ਵੀ ਆਪਦੀ ਸਮਝ ਬਣਾਉਣ ਦੀ ਲੋੜ ਹੈ। ਜੋ ਮੇਰੇ ਲਈ ਸਹੀ ਹੈ ਮੈਂ ਸਿਸਟਮ ਦੇ ਗਲ 'ਚ ਅੰਗੂਠਾ ਦੇ ਕੇ ਉਹ ਸਿਸਟਮ ਤੋਂ ਹਾਸਲ ਕਰਾਂਗਾ, ਮੰਗਣ ਦੇ ਕੁਝ ਨਹੀਂ ਮਿਲਦਾ ਜੀ। ਜੀ, ਸੋ ਦਵੜੀ ਖਾਨਾ ਸਾਹਿਬ, ਤੁਸੀਂ ਕੀਮਤੀ ਸਮੇਂ ਤਾਂ ਬੜੀ ਵਧੀਆ ਜਾਣਕਾਰੀ, ਜਿਹੜੀ ਕੀਮਤੀ ਜਾਣਕਾਰੀ ਹੈ ਸਾਡੀ ਸਰੋਤਿਆਂ ਨਾਲ ਸਾਂਝੀ ਕੀਤੀ। ਤੁਹਾਡੇ ਬਹੁਤ ਬਹੁਤ ਧੰਨਵਾਦ ਕਰਨ ਦਾ। ਸ਼ੁਕਰੀਆ ਜੀ, ਇੰਨੇ ਗੰਭੀਰ ਵਿਸ਼ੇ ਤੇ ਤੁਸੀਂ ਮੌਕਾ ਦਿੱਤਾ, ਹੋ ਸਕਦਾ ਕਿਸਾਨਾਂ ਨੂੰ ਕੁਝ ਫਾਇਦਾ ਹੋਵੇ ਜੀ। ਬਹੁਤ ਬਹੁਤ ਧੰਨਵਾਦ। ਸੋ ਮੇਰੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਖਾਸ ਮੁਲਾਕਾਤ ਦੇ ਵਿੱਚ ਗੁਰਪ੍ਰੀਤ ਸਿੰਘ ਦਵੜੀ ਖਾਨਾ ਹੋ ਰਹੀ ਸੀ। ਜੇਕਰ ਤੁਸੀਂ ਬਾਈ ਜੀ ਦੇ ਨਾਲ ਰਾਬਤਾ ਕਰਨਾ ਚਾਹੁੰਦੇ ਹੋ, ਬਾਈ ਜੀ ਦੇ ਨਾਲ ਸੰਪਰਕ ਕਰਨਾ ਚਾਹੁੰਦੇ ਹੋ, ਇਸ ਵੇਲੇ TV ਸਕਰੀਨ ਦੇ ਉੱਪਰ ਗੁਰਪ੍ਰੀਤ ਸਿੰਘ ਦਵੜੀ ਖਾਨਾ ਹੋਰਾਂ ਦਾ ਸੰਪਰਕ ਨੰਬਰ ਜਿਹੜਾ ਹੈ ਤੁਹਾਨੂੰ ਦਿਖਾਈ ਦੇ ਰਿਹਾ ਹੋਣਾ, ਜਾਂ ਫਿਰ ਤੁਸੀਂ ਚੈਨਲ ਦੇ ਨਾਲ ਰਾਬਤਾ ਕਰਕੇ ਗੁਰਪ੍ਰੀਤ ਸਿੰਘ ਦਵੜੀ ਖਾਨਾ ਹੋਰਾਂ ਦਾ ਸੰਪਰਕ ਨੰਬਰ ਜਿਹੜਾ ਉਹ ਲੈ ਸਕਦੇ ਹੋ। ਇਸ ਤਰ੍ਹਾਂ ਦੀਆਂ ਮੁਲਾਕਾਤਾਂ ਲੈ ਕੇ ਸਮੇਂ-ਸਮੇਂ ਤੇ ਹਾਜ਼ਰ ਹੁੰਦੇ ਰਹਾਂਗੇ। ਹੁਣ ਆਪਣੇ ਦੋਸਤ ਜਸ ਕਰੇ ਦਿਓ ਇਜਾਜ਼ਤ, ਦੇਖਦੇ ਰਹੋ RMB ਟੈਲੀਵਿਜ਼ਨ। ਧੰਨਵਾਦ ਜੀ।